ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਹਾਜ਼ਰ ਨਾਜ਼ਰ ਸਤਿਗੁਰੂ ਤਿੰਨਾਂ ਦਾ ਓਟ ਆਸਰਾ ਲੈਂਦੇ ਹੋਏ ਸਾਧ ਦੇ ਨਾਲ ਅੱਜ ਜੁੜੇ ਨੇ ਸਰਦਾਰ ਭਾਈ ਅਮਰਿੰਦਰ ਸਿੰਘ ਜੀ ਕਾਂਗਥਲੀ ਔਰ ਸਰਦਾਰ ਤਲਵਿੰਦਰ ਸਿੰਘ ਜੀ ਖਰਕਾ। ਨਾਲ ਹੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿ ਆਪਣੇ ਰੁਝੇਵਿਆਂ ਭਰੇ ਸਮੇਂ ਚੋਂ ਸਮਾਂ ਕੱਢ ਕੇ ਅੱਜ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਸਰਦਾਰ ਭੋਲਾ ਸਿੰਘ ਜੀ ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ ਸ਼੍ਰੀ ਦਮਦਮਾ ਸਾਹਿਬ ਵਿਖੇ ਜੋ ਕਿ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹ ਵੀ ਅੱਜ ਜੁੜੇ ਨੇ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਦੁਆਰਾ ਰਹਿਤ ਮਰਿਆਦਾ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤੇ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਕਾਫੀ ਤਜਰਬੇਕਾਰ ਨੇ ਸਰਦਾਰ ਭੋਲਾ ਸਿੰਘ ਜੀ। ਇਸ ਕਰਕੇ ਇਹਨਾਂ ਦੇ ਤਜਰਬੇ ਤੋਂ ਜਾਣਕਾਰੀ ਲੈਣ ਦਾ ਯਤਨ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਅੱਜ ਦੇ ਪੈਨਲਿਸਟ ਨੇ ਸਰਦਾਰ ਅਮਰਿੰਦਰ ਸਿੰਘ, ਤਲਵਿੰਦਰ ਸਿੰਘ ਜੀ ਤੇ ਸਰਦਾਰ ਭੋਲਾ ਸਿੰਘ ਜੀ, ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਸੋ ਫਤਿਹ ਦੀ ਸਾਂਝ ਪਾਇਓ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਸਭ ਤੋਂ ਪਹਿਲਾਂ ਜਿਹੜਾ ਵਿਸ਼ਾ ਹੈ ਕੀਰਤਨ, ਤੇ ਕੀਰਤਨ ਦੇ ਲਈ ਮੈਂ ਸਭ ਤੋਂ ਪਹਿਲਾਂ ਸਰਦਾਰ ਅਮਰਿੰਦਰ ਸਿੰਘ ਜੀ ਤੋਂ ਪੁੱਛਣਾ ਚਾਹਾਂਗਾ ਕਿ ਵੀਰ ਜੀ ਜਿਹੜਾ ਊੜਾ ਭਾਗ ਹੈ ਕੀਰਤਨ ਦਾ, ਲਗਾਤਾਰ ਲੜੀਵਾਰ ਆਪਾਂ ਰਹਿਤ ਮਰਿਆਦਾ ਦੇ ਉੱਪਰ ਚਰਚਾ ਕਰ ਰਹੇ ਹਾਂ ਜੀ ਹਾਂ, ਤੇ ਕਾਫੀ ਜਿਹੜੇ ਸਾਡੇ ਸੱਜਣ ਨੇ ਸੁਣ ਰਹੇ ਨੇ, ਸਰੋਤੇ ਸਾਡੇ ਨੇ, ਉਹਨਾਂ ਨੇ ਕਾਫੀ ਇਸ ਚੀਜ਼ ਨੂੰ ਪਸੰਦ ਕੀਤਾ ਆ ਕਿ ਇਸ ਤਰ੍ਹਾਂ ਦਾ ਇਹ ਕੋਈ ਉਪਰਾਲਾ, ਕੋਈ ਯਤਨ ਜਿਹੜਾ ਉਹ ਹੋਇਆ। ਤੇ ਇਸ ਕਰਕੇ ਜਦੋਂ ਲੋਕ ਜੁੜਦੇ ਨੇ ਨਾਲ, ਇੱਕ ਤਾਂ ਕਾਰਜ ਸ਼ੁਰੂ ਕਰਨਾ ਹੈ, ਜਦੋਂ ਕਾਰਜ ਸ਼ੁਰੂ ਹੋ ਜਾਏ ਤੇ ਲੋਕਾਂ ਦੀ ਪ੍ਰਸ਼ੰਸਾ ਮਿਲੇ ਤੇ ਉਹਦੇ ਵਿੱਚ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਬਿਲਕੁਲ ਬਿਲਕੁਲ। ਤੋਂ ਅੱਜ ਸਭ ਤੋਂ ਪਹਿਲਾਂ ਜਿਹੜਾ ਕੀਰਤਨ ਦਾ ਵਿਸ਼ਾ ਆਪਾਂ ਲੈ ਰਹੇ ਹਾਂ, ਉਹਦੇ ਵਿੱਚ ਵੀਰ ਜੀ ਊੜਾ ਭਾਗ 'ਚ ਪਹਿਲੀ ਜਿਹੜੀ ਗੱਲ ਲਿਖੀ ਹੈ, ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। ਜੀ ਜੀ ਬਿਲਕੁਲ ਠੀਕ ਹੈ ਜੀ। ਇਹ ਜਿਹੜਾ ਇਹ ਕਨਸੈਪਟ ਹੈ ਵੀ ਕੇਵਲ ਸਿੱਖ ਹੀ ਕਰ ਸਕਦਾ ਹੈ। ਇੱਕ ਆਪਾਂ ਕਹਿੰਦੇ ਹਾਂ ਕਿ ਗੁਰਬਾਣੀ ਕੋਈ ਵੀ ਪੜ੍ਹ ਸਕਦਾ ਹੈ। ਜੀ ਤੋਂ ਇੱਥੇ ਅੱਜ ਸਵੇਰੇ ਵੀ ਜਦੋਂ ਸਰਦਾਰ ਗੁਰਚਰਨ ਸਿੰਘ ਹੁਣਾਂ ਨੇ ਆਪਣੀ ਰਿਕਾਰਡਿੰਗ ਪਾਈ ਹੈ ਗਰੁੱਪ ਦੇ ਵਿੱਚ, ਤੇ ਉਹ ਵੀ ਇਸ ਵਿਸ਼ੇ ਤੇ ਉਹਨਾਂ ਨੇ ਬੜਾ ਸੋਹਣਾ ਬੋਲਿਆ, ਪਰੰਤੂ ਸਵਾਲ ਆਏ ਸੀ ਵੀ ਫਿਰ ਜੇ ਸਿੱਖ ਹੀ ਕਰ ਸਕਦਾ ਹੈ ਤੇ ਆਪਾਂ ਨਾਲੇ ਕਹਿੰਦੇ ਹਾਂ ਕਿ ਹਰ ਕੋਈ ਬਾਣੀ ਪੜ੍ਹ ਸਕਦਾ ਹੈ। ਤਾਂ ਉਹਨਾਂ ਨੇ ਬੜਾ ਵਧੀਆ ਇਹਦਾ ਜਵਾਬ ਦਿੱਤਾ ਸੀ ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ। ਜੀ ਬਿਲਕੁਲ 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 ਭਾਈ ਸਾਹਿਬ ਜੀ, ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਜੋ ਇਹ ਨਾਨਕ ਜਬਲ ਪੰਥ ਜੋ ਸਤਿਗੁਰਾਂ ਜੀ ਦੀ ਅਪਾਰ ਬਖਸ਼ੀ ਸਮਰ ਸਦਕਾ ਜੋ ਇਹ ਨਵਾਂ ਉਪਰਾਲਾ ਸਰਬੱਤ ਵੀਰਾਂ ਨੇ ਅਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਆਰੰਭ ਕੀਤਾ ਹੈ, ਅਤੇ ਨਾਲ ਹੀ ਮੇਰੇ ਸਤਿਕਾਰਯੋਗ ਸਰਦਾਰ ਦਲੇਰ ਸਿੰਘ ਜੀ ਅਤੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ, ਉਹਨਾਂ ਨੇ ਅਤੇ ਆਪ ਜੀ ਨੂੰ ਇਸ ਗੱਲ ਦੀ ਵੀ ਬਹੁਤ ਵਧਾਈ ਹੈ ਕਿ ਇਹ ਸੇਵਾ ਹੈ ਆਪ ਜੀ ਦੇ ਹਿੱਸੇ ਆਈ ਹੈ। ਇਸ ਗੱਲ ਦੀ ਮੈਂ ਆਪ ਜੀ ਨੂੰ ਫਿਰ ਦੁਬਾਰਾ ਵਧਾਈ ਦਿੰਦਾ ਹਾਂ। ਅਤੇ ਨਾਲ ਹੀ ਜੋ ਇਹ ਗੁਰਮਤਿ ਮਰਿਆਦਾ ਦਾ ਦ੍ਰਿੜ ਕਰਨ ਦਾ ਜੋ ਆਪ ਜੀ ਨੇ ਉਪਰਾਲਾ ਆਰੰਭ ਕੀਤਾ ਹੈ, ਇਹ ਬਹੁਤ ਹੀ ਅਤ ਜ਼ਰੂਰੀ। ਜਿਵੇਂ ਆਪਾਂ ਪਿਛਲੇ ਪੈਨਲਿਸਟਾਂ ਵੱਲੋਂ ਸੁਣਿਆ ਵੀ ਹੈ ਕਿ ਜੋ ਸਿੱਖ ਰਹਿਤ ਮਰਿਆਦਾ ਹੈ ਉਹ ਹਰ ਇੱਕ ਗੁਰਸਿੱਖ ਨੂੰ ਅਤੇ ਹਰ ਇੱਕ ਗ੍ਰੰਥੀ ਨੂੰ ਪੂਰੀ ਤਰ੍ਹਾਂ ਦ੍ਰਿੜ ਹੋਣੀ ਚਾਹੀਦੀ ਹੈ। ਉਸ ਦੇ ਅੰਦਰ ਇਸ ਮਰਿਆਦਾ ਦਾ ਇਤਨਾ ਸਤਿਕਾਰ ਹੋਣਾ ਚਾਹੀਦਾ ਹੈ ਕਿ ਕਿਤੇ ਵੀ ਮਨਮਤ ਹੁੰਦੀ ਹੋਵੇ ਉਹ ਗੁਰਸਿੱਖ ਬਿਲਕੁਲ ਸਤਰਕ ਹੋ ਕੇ ਉਹਦੇ ਖਿਲਾਫ ਖੜਾ ਹੋ ਜਾਵੇ। ਅਤੇ ਜੋ ਅੱਜ ਦਾ ਆਪ ਜੀ ਦਾ ਸਵਾਲ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਕਰ ਸਕਦਾ ਹੈ, ਸੋ ਮੈਂ ਆਪ ਜੀ ਨੂੰ ਇੱਕ ਉਦਾਹਰਣ ਦੇਵਾਂ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਸਦਕਾ 2008-09 ਦੇ ਵਿੱਚ 5 ਤੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਸ਼ਹਿਰ ਵਿਖੇ ਸਾਡੀ ਨਿਯੁਕਤੀ ਹੋਈ, ਅਤੇ ਉਸ ਨਿਯੁਕਤੀ ਦੌਰਾਨ ਅੰਬਾਲਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਮਰੀਕਾ ਵਿਖੇ ਤਕਰੀਬਨ ਸਾਲ ਦੇ ਵਿੱਚ ਸਾਰੇ ਗੁਰਪੁਰਬ ਦੇ ਨਗਰ ਕੀਰਤਨ ਕੱਢੇ ਜਾਹੋ ਜਗ ਨਾਲ, ਅਤੇ ਉੱਥੇ ਜਾਂਦੇ ਆ। ਪਹਿਲਾਂ ਅਸੀਂ ਹੋਰ ਕਾਰਜ ਕਰਨੇ ਵਾਲੇ ਦੇ ਵਿੱਚ ਚੱਲਦੇ ਨੇ ਗੁਰੂ ਸਾਹਿਬ ਦੀ ਪਲਕੀ ਉਹਦੇ ਅੱਗੇ। ਸੋ ਤੁਰਦਿਆਂ ਤੁਰਦਿਆਂ ਪੈਰ ਸੁੱਜ ਵੀ ਜਾਣੇ, ਪੈਰਾਂ ਵਿੱਚ ਛਾਲੇ ਵੀ ਹੋ ਜਾਣੇ, ਅਤੇ ਅਗਲੇ
ਸੋ ਇਹ ਬੇਨਤੀ ਜਦੋਂ ਅਸੀਂ ਮੈਨੇਜਰ ਸਾਹਿਬ ਕੋਲ ਰੱਖੀ ਅਤੇ ਉਹਨਾਂ ਨੂੰ ਆਖੀ ਕਿ ਅਸੀਂ ਇਸ ਸੇਵਾ ਤੋਂ ਮੁਕਤੀ ਚਾਹੁੰਦੇ ਹਾਂ, ਵੀ ਤੁਸੀਂ ਜਿਹੜੇ 5 ਪਿਆਰਿਆਂ ਦੀ ਸੇਵਾ ਕਿਸੇ ਹੋਰ ਨੂੰ ਦੇ ਦਿਓ। ਤੇ ਫਿਰ ਉਹਨਾਂ ਨੇ ਸਾਨੂੰ ਇਹ ਗੱਲ ਆਖੀ ਕਿ ਤੁਸੀਂ ਜਿਹੜੀ ਸੰਗਤ ਹੋ ਉਹਦੇ ਆਈਡਲ ਹੋ, ਤੁਹਾਨੂੰ ਸੰਗਤ ਹਰ ਰੋਜ਼ ਸਟੇਜ ਤੇ ਦੇਖਦੀ ਹੈ, ਤੁਹਾਡੇ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਤੁਹਾਡੇ ਅੰਦਰ ਬਾਣੀ ਰੱਖੀ ਹੋਈ ਹੈ। ਜਦੋਂ ਤੁਹਾਨੂੰ 5 ਪਿਆਰਿਆਂ ਦੇ ਰੂਪ ਦੇ ਵਿੱਚ ਵੀ ਸੰਗਤ ਦੇਖੇਗੀ ਤੇ ਤੁਹਾਡੇ ਗੁਰੂ ਦੀ ਬਾਣੀ ਪ੍ਰਤੀ ਹੋਰ ਸਤਿਕਾਰ ਵਾਲਾ ਹੈ। ਅਮਰਿੰਦਰ ਸਿੰਘ ਜੀ, ਤੁਹਾਡੀ ਰੇਂਜ ਥੋੜੀ ਜਿਹੀ ਕੱਟ ਰਹੀ ਹੈ, ਥੋੜਾ ਜਿਹਾ ਰੇਂਜ ਵਿੱਚ ਆਉਣ ਦਾ ਜੇ ਯਤਨ ਕਰ ਲਓ ਤਾਂ। ਹਾਂਜੀ, ਬਿਲਕੁਲ ਬਿਲਕੁਲ। ਸੋ ਮੈਂ ਬੇਨਤੀ ਇਹ ਕਰ ਰਿਹਾ ਸੀ ਹਾਂਜੀ ਕਿ ਜਦੋਂ ਕੋਈ ਸਿੱਖ ਸਟੇਜ ਤੇ ਬੈਠ ਕੇ ਕੀਰਤਨ ਕਰਦਾ ਹੈ, ਸਭ ਤੋਂ ਪਹਿਲਾਂ ਲੋਕ ਉਹਦੀ ਦਿੱਖ ਨੂੰ ਵੇਖਦੇ ਨੇ। ਜੀ ਜੀ ਜੀ। ਉਹਦੀ ਦਿੱਖ ਨੂੰ ਵੇਖਦਿਆਂ ਹੋਇਆ, ਜਿਵੇਂ ਮੈਂ ਉਦਾਹਰਣ ਦਿੱਤੀ 5 ਪਿਆਰਿਆਂ ਦੀ, ਉਸ ਮੈਨੇਜਰ ਸਾਹਿਬ ਜੀ ਨੇ ਸਾਨੂੰ ਇਹ ਗੱਲ ਆਖੀ ਕਿ ਤੁਹਾਨੂੰ ਇਹ ਸੇਵਾ ਬੜੇ ਕਰਮਾਂ ਨਾਲ ਮਿਲੀ ਹੈ ਕਿ ਤੁਸੀਂ ਸਟੇਜ ਤੇ ਬੈਠ ਕੇ ਪਹਿਲਾਂ ਤੇ ਕੀਰਤਨ ਕਰਦੇ ਹੋ, ਫਿਰ ਉਸ ਤੋਂ ਬਾਅਦ ਜਦੋਂ ਤੁਸੀਂ 5 ਪਿਆਰਿਆਂ ਦੇ ਰੂਪ ਵਿੱਚ ਸੰਗਤ ਦੇ ਵਿੱਚ ਵਿਚਰਦੇ ਹੋ ਤਾਂ ਉਸ 5 ਪਿਆਰਿਆਂ ਦੇ ਪਾਏ ਹੋਏ ਬਾਣੀ ਦਾ ਸਤਿਕਾਰ ਹੋਰ ਵੱਧ ਜਾਂਦਾ ਹੈ। ਜੀ ਜੀ ਜੀ। ਤੇ ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸੰਗਤ ਦੇ ਵਿੱਚ ਕੀਰਤਨ ਉਹੀ ਗੁਰਸਿੱਖ ਕਰੇ ਜਿਹੜਾ ਪੂਰਨ ਗੁਰਸਿੱਖ ਹੋਵੇ, ਨਾ ਕਿ ਕਲੀਨ ਸ਼ੇਵ ਜਾਂ ਸਿਰ ਤੇ ਰੁਮਾਲ ਬੰਨ੍ਹ ਕੇ। ਸੰਗਤ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਦਾ ਮੈਂ ਮਤਲਬ ਇਹ ਸਮਝਦਾ ਹਾਂ ਕਿ ਅਸੀਂ ਗੁਰੂ ਦੀ ਬਾਣੀ ਦਾ ਮੁੱਖ ਬਣ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹਾਂ, ਅਤੇ ਉਹ ਜਿਹੜਾ ਉਪਦੇਸ਼ ਜਦੋਂ ਪੂਰਨ ਗੁਰਸਿੱਖ ਬਣ ਕੇ ਦਿੱਤਾ ਜਾਵੇ, ਉਸ ਦਿੱਖ ਦੇ ਵਿੱਚ ਦਿੱਤਾ ਜਾਵੇ, ਫਿਰ ਉਸ ਗੁਰੂ ਦੀ ਬਾਣੀ ਦਾ ਪ੍ਰਭਾਵ ਸੰਗਤਾਂ ਦੇ ਹਿਰਦਿਆਂ ਤੇ ਬਹੁਤ ਜ਼ਿਆਦਾ ਪੈਂਦਾ ਹੈ। ਸੋ ਇਸ ਕਰਕੇ ਮੈਂ ਇਸ ਗੱਲ ਨੂੰ ਬਹੁਤ ਹੀ ਵਧੀਆ ਸਮਝਦਾ ਹਾਂ ਕਿ ਸਾਡੀ ਸਿੱਖ ਰਹਿਤ ਮਰਿਆਦਾ ਬਣਾਉਣ ਵੇਲੇ ਉਸ ਵਕਤ ਦੇ ਬੁੱਧੀਜੀਵੀਆਂ ਨੇ, ਵਿਦਵਾਨ ਸੱਜਣਾ ਨੇ, ਸਤਿਕਾਰਯੋਗ ਸੱਜਣਾ ਨੇ ਇਹ ਇਸ ਦੇ ਵਿੱਚ ਊੜੇ ਭਾਗ ਦੇ ਵਿੱਚ ਇਹ ਪਾਇਆ ਕਿ ਸੰਗਤ ਦੇ ਵਿੱਚ ਕੀਰਤਨ ਕੇਵਲ ਤੇ ਕੇਵਲ ਗੁਰਸਿੱਖ ਕਰ ਸਕਦਾ ਹੈ, ਜਿਹਨੂੰ ਆਈਡਲ ਮੰਨ ਕੇ, ਜਿਹਨੂੰ ਆਪਣਾ ਰੋਲ ਮਾਡਲ ਮੰਨ ਕੇ ਲੋਕ ਉਸ ਦੀ ਬਾਣੀ, ਗੁਰੂ ਦੀ ਬਾਣੀ ਦੇ ਨਾਲ ਜੁੜਨ ਅਤੇ ਨਾਲ ਉਸ ਗੁਰਸਿੱਖ ਦਾ, ਗੁਰੂ ਦੇ ਬਾਣੀ ਦਾ ਸਤਿਕਾਰ ਕਰਨ। ਜੀ ਹਾਂਜੀ, ਸਰਦਾਰ ਤਲਵਿੰਦਰ ਸਿੰਘ ਜੀ। ਹਾਂਜੀ ਵੀਰ ਜੀ, ਜਿਹੜਾ ਹੁਣ ਕੀਰਤਨ ਕੇਵਲ ਸਿੱਖ ਤੇ ਕਰ ਸਕਦਾ ਹੈ, ਤੇ ਜੇ ਕੋਈ ਗੈਰ ਸਿੱਖ ਗੁਰਬਾਣੀ ਪੜ੍ਹਨਾ ਜਾਏ ਜਾਂ ਗੁਰਬਾਣੀ ਦੇ ਦਰਸ਼ਨ ਕਰੇਗਾ, ਹੁਣ ਮਹਾਰਾਜ ਬਾਣੀ ਚ ਕਹਿੰਦੇ ਨੇ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ ਜਿੱਤਰ ਸ਼ਬਦ ਨਾ ਕਰੇ ਵਿਚਾਰ। ਤੇ ਮਤਲਬ ਜੇ ਉਹ ਬਾਣੀ ਨਹੀਂ ਪੜ੍ਹ ਸਕਦਾ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠ ਕੇ, ਤਾਂ ਉਹਨੂੰ ਕਿਸੇ ਬੰਦੇ ਦੀ ਟੇਕ ਲੈਣੀ ਪਏਗੀ, ਕਿਸੇ ਬੰਦੇ ਦੇ ਆਸਰੇ ਹੀ ਰਹਿਣਾ ਪਏਗਾ ਕਿਸੇ ਦੇ। ਤੇ ਇਹਦਾ ਕੀ ਹੱਲ ਕੀਤਾ ਗਿਆ ਹੈ? ਵੀਰ ਜੀ, ਗੱਲ ਏਦਾਂ, ਮੱਤ ਸਭ ਦੀ ਚਲੋ ਆਪੋ ਆਪਣੀ ਆ। ਆਪਣਾ ਜਿਹੜਾ ਸਿੱਖ ਰਹਿਤ ਮਰਜ਼ਾਦਾ ਦੇ ਮੁਤਾਬਕ ਇਹ ਮੈਂ ਕਹਿਣਾ ਚਾਹੁੰਦਾ ਵੀ ਜਦੋਂ ਕੀਰਤਨ ਕਰਨਾ ਹੈ, ਕੀਰਤਨ ਕਰੀਦੀ ਹੈ ਜਾਂ ਕਥਾ ਕਰੀਦੀ ਹੈ ਜੀ, ਉਹਦੇ ਵਿੱਚ ਆਪਣਾ ਸੰਬੋਧਨ ਕਰੀਦਾ ਹੈ, ਸੰਬੋਧਨ ਜੀ, ਸਾਹਮਣੇ ਬੈਠੀ ਸੰਗਤ ਨੂੰ। ਜੀ ਠੀਕ ਹੈ ਜੀ। ਪਰ ਜਦੋਂ ਰਹਿਤ ਮਰਜ਼ਾਦਾ ਆਪਾਂ ਪੜ੍ਹਦੇ ਹਾਂ, ਇਹਦੇ ਵਿੱਚ ਇਹ ਨਹੀਂ ਲਿਖਿਆ ਵੀ ਗੁਰਬਾਣੀ ਕੋਈ ਨਹੀਂ ਪੜ੍ਹ ਸਕਦਾ। ਉਹ ਚ ਸਹਿਜਧਾਰੀ ਸਿੱਖ ਹੀ ਗੁਰਬਾਣੀ ਪੜ੍ਹ ਸਕਦੇ ਨੇ। ਹਾਂ, ਬਿਲਕੁਲ ਬਿਲਕੁਲ। ਬੇਨਤੀ ਕਰ ਸਕਦੇ ਨੇ, ਨਿਤਨੇਮ ਕਰ ਸਕਦੇ ਨੇ। ਪੜ੍ਹਨ ਦੀ ਗੱਲ ਵੱਖਰੀ ਹੈ, ਸੰਬੋਧਨ ਕਰਨ ਦੀ ਵੱਖਰੀ ਗੱਲ ਹੈ। ਹੁਣ ਜਦੋਂ ਆਪਾਂ ਕੀਰਤਨ ਕਰਦੇ ਹਾਂ, ਉਹ ਵੀ ਇੱਕ ਸੰਬੋਧਨ ਦੇ ਵਿੱਚ ਆ ਜਾਂਦਾ। ਜੀ ਜੀ ਜੀ। ਕਿਸੇ ਨੂੰ ਉਪਦੇਸ਼ ਦੇਣਾ, ਤੇ ਉਹਦੇ ਵਿੱਚ ਜਿਵੇਂ ਭਾਈ ਮਨਿੰਦਰ ਸਿੰਘ ਨੇ ਕਿਹਾ ਵੀ ਸਾਡੀ ਦਿੱਖ ਵੀ ਜ਼ਰੂਰੀ ਹੈ, ਤੇ ਦਿੱਖ ਨਾਲੋਂ ਮੈਂ ਕਹਿੰਦਾ ਵੀ ਸਾਡਾ ਜੀਵਨ ਵੀ ਜ਼ਰੂਰੀ ਹੈ। ਸਭ ਤੋਂ ਜਿਹੜੀ ਪਹਿਲੀ ਗੱਲ ਹੈ ਜੀ ਜੀ ਇਕੱਲੀ ਦਿੱਖ ਨਹੀਂ। ਤੇ ਇਸੇ ਕਰਕੇ ਉਹ ਸੂਝਵਾਨਾ ਸੱਜਣਾ ਨੇ ਜਿਹੜੇ ਆਪਣੇ ਲਏ ਨੇ, ਨਿਯਮ ਲਿਖੇ ਨੇ ਰਹਿਤ ਮਰਜ਼ਾਦਾ ਦੇ, ਬੜੇ ਸੋਹਣੇ ਨੇ। ਕੀਰਤਨ ਕਰਨਾ, ਸੰਬੋਧਨ ਕਰਨਾ ਹੈ, ਕਥਾ ਕਰਨੀ, ਸੰਬੋਧਨ ਕਰਨਾ ਹੈ। ਗੁਰਬਾਣੀ ਨੂੰ ਕੋਈ ਵੀ ਪੜ੍ਹ ਸਕਦਾ ਹੈ, ਮੁਬਾਰਕ ਹੈ, ਜੀਣਾ ਹੈ। ਤੇ ਬਾਕੀ ਕੀਰਤਨ, ਹਾਂ, ਸੰਬੋਧਨ ਕਰਨ ਦੇ ਵਿੱਚ ਉੱਥੇ ਸਾਡਾ ਜੀਵਨ ਜ਼ਰੂਰੀ ਵੇਖਿਆ ਜਾਂਦਾ ਹੈ, ਸਾਡੀ ਦਿੱਖ ਵੀ ਦੇਖੀ ਜਾਂਦੀ ਹੈ। ਤੇ ਮੈਂ ਵੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਭਾਈ ਸਾਹਿਬ ਜੀ ਇਹਦੇ ਵਿੱਚ ਇੱਕ ਗੱਲ ਐਡ ਕਰਨੀ ਚਾਹੁੰਦਾ, ਜਿਵੇਂ ਕਿ ਸਤਿਗੁਰੂ ਜੀ ਦਾ, ਭਗਤ ਕਬੀਰ ਜੀ ਦਾ ਇਹ ਬਚਨ ਆਉਂਦਾ ਹੈ ਕਿ ਅਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ। ਅਤੇ ਜਦੋਂ ਅਸੀਂ ਦੂਜਿਆਂ ਨੂੰ ਉਪਦੇਸ਼ ਦਿੰਦੇ ਹਾਂ ਤੇ ਆਪ ਸਾਡਾ ਨਾ ਦਾੜਾ ਹੋਵੇ ਤੇ ਨਾ ਹੀ ਅਸੀਂ ਸ੍ਰੀ ਸਾਹਿਬ ਅੰਮ੍ਰਿਤ ਧਾਰੀ ਹੋਈਏ ਅਤੇ ਨਾ ਹੀ ਸਾਡੇ ਕੇਸ ਹੋਣ, ਤੇ ਅਸੀਂ ਸਟੇਜ ਤੋਂ ਗੱਲ ਕਰੀਏ ਕਿ ਭਾਈ ਅੰਮ੍ਰਿਤ ਪਾਨ ਕਰੋ, ਤੇ ਫਿਰ ਉਹ ਗੱਲ ਕਿਤੇ ਨਾ ਕਿਤੇ ਨਹੀਂ ਚੰਗੀ ਲੱਗਦੀ। ਜਾਂ ਏਦਾਂ ਵੀ ਆ ਨਾ, ਜੇ ਤੁਸੀਂ ਖੁਦ ਹੀ ਗੁਰੂ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਨਹੀਂ ਹੋ ਜਾਂ ਤੁਹਾਡੇ ਆਪਣੀ ਸਮਝ ਨਹੀਂ ਆਈ, ਤੇ ਫਿਰ ਪਾਤਸ਼ਾਹ ਸੁਖਮਨੀ ਸਾਹਿਬ ਚ ਕਹਿੰਦੇ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਵੀ ਉਹ ਤੇ ਕੇਵਲ ਲੋਕਾਂ ਨੂੰ ਖੁਸ਼ ਕਰਨ ਦੇ ਲਈ ਕੇਵਲ ਇੱਕ ਜ਼ਰੀਆ ਹੈ ਤੁਹਾਡੀ ਮਾਇਆ ਕਮਾਉਣ ਦਾ, ਹੋਰ ਉਸ ਤੋਂ ਇਲਾਵਾ ਤੁਹਾਡੇ ਅੰਦਰ ਨਹੀਂ ਹੈ ਗੁਰੂ ਪ੍ਰਤੀ ਪਿਆਰ।
ਜੀ ਜੀ, ਬਿਨਾਂ ਸਰਦਾਰ- ਸ਼ੱਕ ਤੁਸੀਂ ਭਾਵੇਂ ਸਿਰੇ ਦੇ ਗਵਈਏ ਹੋ, ਬਿਨਾਂ ਸ਼ੱਕ ਤੁਸੀਂ ਗਾਇਨ ਸ਼ੈਲੀ ਦੇ ਵਿੱਚ ਮਹਾਰਤ ਹਾਸਲ ਕੀਤੀ ਹੋਵੇ, ਪਰ ਜਦੋਂ ਤੱਕ ਤੁਹਾਡਾ ਸਰੂਪ ਗੁਰੂ ਦੇ ਬਾਣੇ ਵਰਗਾ ਨਹੀਂ, ਭਾਵ ਕਿ ਜਦੋਂ ਤੱਕ ਤੁਸੀਂ ਗੁਰੂ ਦੇ ਬਚਨਾਂ ਤੇ ਨਹੀਂ ਚੱਲਦੇ, ਉਦੋਂ ਤੱਕ ਤੁਹਾਡਾ ਪ੍ਰਭਾਵ ਨਹੀਂ ਜਾਏਗਾ। ਜੀ ਸਰਦਾਰ ਭੋਲਾ ਸਿੰਘ ਜੀ। ਹਾਂਜੀ ਸਰ। ਹਾਂਜੀ, ਮੈਂ ਜਾਣਨਾ ਚਾਹੁੰਦਾ ਸੀਗਾ ਕਿ ਇੱਕ ਨਾ ਅਕਸਰ ਹੀ ਰੌਲਾ ਪੈਂਦਾ ਹੈ ਹਾਂਜੀ ਕਿ ਰਹਿਤ ਮਰਿਆਦਾ ਨੂੰ ਕੁਝ ਲੋਕ ਜਿਹੜੇ ਨਹੀਂ ਮੰਨਦੇ ਕਿ ਇਹ ਪੰਥ ਪ੍ਰਵਾਨਿਤ ਨਹੀਂ ਹੈ, ਹਾਂਜੀ ਤੇ ਜਦ ਕਿ ਰਹਿਤ ਮਰਿਆਦਾ ਦੇ ਜਿਹੜੇ ਪਹਿਲੇ ਪੰਨੇ ਨੇ, ਲਗਭਗ ਤੁਸੀਂ ਕਹਿ ਲਓ ਕਿ ਪਹਿਲੇ 6 ਪੇਜ ਦੇ ਉੱਪਰ, ਜਦ ਇੱਥੇ ਜਿਹੜਾ ਮੈਂ 6ਵਾਂ ਪੰਨਾ ਪੜ੍ਹ ਰਿਹਾ ਕਿਉਂਕਿ ਜ਼ਿਆਦਾ ਤਾਂ ਹੋ ਜਾਏਗੀ, ਇਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਤੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਹਾਂਜੀ ਠੀਕ ਹੈ ਜੀ, ਗਿਆਨੀ ਹੀਰਾ ਸਿੰਘ, ਮੈਂ ਸਿਰਫ ਜਥੇਬੰਦੀਆਂ ਬੋਲਾਂਗਾ। ਇਸੇ ਤਰ੍ਹਾਂ ਸਰਦਾਰ ਗੰਡਾ ਸਿੰਘ ਜੀ, ਵੈਦ ਨਾਰੰਗ, ਭਾਈ ਮੇਲਾ ਸਿੰਘ, ਕਾਹਨ ਸਿੰਘ ਜੀ, ਤੇ ਹੋਰ ਕਈ ਜਿਹੜੇ ਸਕੂਲ ਨੇ ਜਾਂ ਸਾਡੀਆਂ ਸਿੰਘ ਸਭਾਵਾਂ ਨੇ, ਉਹਨਾਂ ਦੇ ਨਾਂ ਜਿਹੜੇ ਨੇ ਉਹ ਦਿੱਤੇ ਹੋਏ ਨੇ। ਹੁਣ ਇਹ ਜਿਹੜਾ ਇੱਕ ਚੱਲਿਆ ਰੌਲਾ ਕਿ ਇਹ ਪੰਥ ਪ੍ਰਵਾਨਿਤ ਨਹੀਂ ਹੈ, ਸ਼੍ਰੋਮਣੀ ਕਮੇਟੀ ਜਾਂ ਧਰਮ ਪ੍ਰਚਾਰ ਕਮੇਟੀ ਨੂੰ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਕਿਸੇ ਨੂੰ ਤਾਂ ਉਹਦਾ ਕੀ ਜਵਾਬ ਹੈ? ਪਹਿਲੀ ਗੱਲ ਤਾਂ ਇਹ ਹੈ ਜੀ, ਸਾਡੇ ਕੋਲ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਜਰਦਾ ਸਿੰਘ ਖਾਲਸਾ ਸਾਹਿਬ ਜੋ ਬਹੁਤ ਵਿਦਵਾਨ ਹੈ ਉਹ ਮਿਲੇ ਹੈ। ਉਸ ਕਰਕੇ ਗੁਰੂ ਨੇ ਕਿਰਪਾ ਕੀਤੀ ਹੈ ਵੀ ਤੁਹਾਡੇ ਵਰਗੇ ਸੱਜਣਾਂ ਦੀਆਂ ਸੇਵਾਵਾਂ ਉਹ ਲੈ ਰਹੇ ਨੇ, ਤੇ ਤੁਹਾਡੇ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਵੀ ਤੁਸੀਂ ਬੜੇ ਵਿਦਵਾਨ ਪ੍ਰੋਫੈਸਰ ਹੋ, ਤੇ ਨਾਲ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਚੁੱਕੇ ਹੋ। ਬਹੁਤ ਇੰਨੇ 2 ਕੜੀਆਂ ਹੋਈਆਂ ਤੁਹਾਡੀਆਂ, ਬੜਾ ਸਮਰਪਿਤ ਹੋ। ਗੁਰਮਤਿ ਦਾ ਤੁਸੀਂ ਡਿਪਲੋਮਾ ਕੀਤਾ ਹੈ, ਤੁਸੀਂ ਵੈਸੇ ਬਹੁਤ ਚੰਗੀ ਤਰ੍ਹਾਂ ਇਸ ਗੱਲ ਤੋਂ ਜਾਣੂ ਹੋ। ਪਰ ਮੈਂ ਫਿਰ ਵੀ ਵਧਾਈ ਦਿੰਦਾ ਗਿਆਨੀ ਹਰਪ੍ਰੀਤ ਸਿੰਘ ਨੂੰ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਤੇ ਉਹ ਉਪਰਾਲੇ ਨੂੰ ਅੱਗੇ ਤੋਰਨ ਲਈ ਤੁਹਾਡੇ ਹੀ ਹਿੱਸੇ ਆਇਆ ਹੈ ਜੀ। ਪਰੰਤੂ ਜਿਹੜੀ ਗੱਲ ਹੈਗੀ ਹੈ ਵੀ ਰਹਿਤ ਮਰਿਆਦਾ ਨੂੰ ਕੌਣ ਮੰਨਦਾ ਹੈ ਕੌਣ ਨਹੀਂ ਮੰਨਦਾ, ਇਹ ਵੀ ਬਹੁਤ ਸਾਰਾ ਸੰਗਤਾਂ ਨੂੰ ਜਾਣੂ ਨਾ। ਪਰੰਤੂ ਮੈਂ ਆਪਣੇ ਜੋ ਪ੍ਰਬੰਧ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਉਹਦੇ ਨਿਯਮਾਂ 'ਚ ਰਹਿ ਕੇ ਜੋ ਵੀ ਅਸੀਂ ਕਿਸੇ ਨੂੰ ਉੱਤਰ ਦੇਣਾ ਹੁੰਦਾ ਹੈ, ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਨੂੰ ਸਾਰੇ ਸਿੰਘ ਵਿਦਵਾਨ ਹੋ ਪਤਾ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਹੋਂਦ ਵਿੱਚ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਲਈ ਹੋਂਦ ਵਿੱਚ ਆਈ ਕਿਉਂਕਿ ਉਸ ਸਮੇਂ ਦੇ ਮਹੰਤਾਂ ਨੇ, ਚਾਹੇ ਤਰਨਤਾਰਨ ਸਾਹਿਬ ਹੋਵੇ ਚਾਹੇ ਨਨਕਾਣਾ ਸਾਹਿਬ ਹੋਵੇ, ਬਹੁਤ ਘਿਨਾਉਣੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਸੀ। ਅੰਗਰੇਜ਼ਾਂ ਦਾ ਰਾਜ ਭਾਗ ਸੀ, ਅੰਗਰੇਜ਼ਾਂ ਦੇ ਪਿੱਠੂ ਬਣ ਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਸੀ। ਤਾਂ ਜਦੋਂ ਬਹੁਤ ਘਿਨਾਉਣੇ ਸਾਕੇ ਨਨਕਾਣਾ ਸਾਹਿਬ ਵਰਗੇ, ਤਰਨਤਾਰਨ ਸਾਹਿਬ ਵਰਗੇ ਵਾਪਰੇ, ਤਾਂ ਸਿੱਖ ਕੌਮ ਦੇ ਬੁੱਧੀਜੀਵੀ ਵਰਗ ਨੇ, ਸਿੱਖ ਕੌਮ ਦੇ ਸਿਆਣੇ ਜਰਨੈਲਾਂ ਨੇ ਉਸ ਸਮੇਂ ਅਕਾਲ ਤਖ਼ਤ ਸਾਹਿਬ ਤੇ ਇਕੱਠ ਬੁਲਾਇਆ। ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਜਦੋਂ ਰਹਿਤ ਮਰਿਆਦਾ ਦੇ ਪੰਨਿਆਂ ਨੂੰ ਛੂਹ ਰਹੇ ਹੋ ਤਾਂ ਰਹਿਤ ਮਰਿਆਦਾ ਤੇ ਸ਼੍ਰੋਮਣੀ ਕਮੇਟੀ ਦਾ ਸੁਮੇਲ ਆਪ ਦੇ ਵਿੱਚ। ਰਹਿਤ ਮਰਿਆਦਾ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਅਧੂਰੀ ਹੈ, ਸਮਝਦਾ ਮੈਂ, ਤੇ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਰਹਿਤ ਮਰਿਆਦਾ ਅਧੂਰੀ ਹੈ। ਉਦੋਂ ਵੀ ਖੁਸ਼ੀ ਦੀ ਗੱਲ ਹੈ ਵੀ 14 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਨੇ ਇਕੱਠੇ ਹੋ ਕੇ ਸਰਬਸੰਮਤੀ ਨਾਲ 175 ਮੈਂਬਰਾਂ ਦੀ ਚੋਣ ਕਰਕੇ ਸ਼ੁਰੂਆਤ ਕੀਤੀ ਸੀ ਜੀ। ਪਰੰਤੂ ਖੁਸ਼ੀ ਦੀ ਗੱਲ ਇਹ ਹੈ ਵੀ ਅਸੀਂ 100 ਸਾਲਾ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੇ ਹਾਂ। ਉਸ ਕਰਕੇ ਤੁਸੀਂ ਰਹਿਤ ਮਰਿਆਦਾ ਦਾ ਵਿਸ਼ਾ ਲਿਆ, ਬਹੁਤ ਵਧੀਆ ਗੱਲ ਹੈ ਇਹ। ਬਾਕੀ ਜਿਹੜਾ ਅਸੀਂ ਸੰਗਤਾਂ ਨੂੰ ਉੱਤਰ ਦਿੰਦੇ ਹਾਂ ਜੀ, ਵੀ ਵੈਸੇ ਤੁਸੀਂ ਸਾਰੇ ਰਹਿਤ ਮਰਿਆਦਾ 'ਚ ਬੋਲਿਆ, ਤੁਸੀਂ ਜਾਣੂ ਹੋ ਇਸ ਗੱਲ ਦੇ, ਪਰ ਫਿਰ ਵੀ ਮੈਂ ਸੰਗਤਾਂ ਦੇ ਜਾਣਕਾਰੀ ਲਈ ਦੱਸ ਦਿੰਦਾ ਹੈ। 1925 ਵਿੱਚ ਗੁਰਦੁਆਰਾ ਐਕਟ ਬਣ ਗਿਆ ਕਿਉਂਕਿ ਖਾਲਸਾ ਰਾਜ 72 ਸਾਲ ਹੋਏ ਸੀ ਸਮਾਪਤ ਹੋਏ ਨੂੰ, ਸਿੱਖ ਸੰਗਠਨ ਹੋਣੇ ਸ਼ੁਰੂ ਹੋ ਗਏ ਸੀ, ਸਿੱਖ ਆਜ਼ਾਦ ਹੋ ਕੇ ਆਪ ਕਮੇਟੀ ਚੁਣ ਕੇ ਉਹਨਾਂ ਨੂੰ ਇਹ ਵੀ ਸਿੱਖ ਦੇ ਬਾਗੀ ਹੋ ਕੇ ਖਾਲਸਾ ਰਾਜ ਦੁਆਰਾ ਕਾਇਮ ਕਰ ਲੈਣ। ਮੈਂ ਜਿੰਨਾ ਸਮਝਦਾ ਹੈ ਤਾਂ ਉਹਨਾਂ ਨੇ ਸਾਨੂੰ ਕਿਸੇ ਨਿਯਮਾਵਲੀ ਬਣਾਉਣ ਲਈ ਗੁਰਦੁਆਰਾ ਐਕਟ ਪਾਸ ਕੀਤਾ ਜੋ ਸਾਡੇ ਲਈ ਬਹੁਤ ਲਾਹੇਵੰਦ ਸਿੱਧ ਹੋਇਆ। ਬਾਅਦ 'ਚ ਉਹ 1925 ਵਿੱਚ ਗੁਰਦੁਆਰਾ ਐਕਟ ਬਣਿਆ
ਪਰੰਤੂ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿੱਚ ਹੋਂਦ ਵਿੱਚ ਆ ਗਈ ਸੀ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਮਹੰਤਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਮਰਜ਼ਾਦਾ, ਤਰ੍ਹਾਂ ਤਰ੍ਹਾਂ ਦੀਆਂ ਪਰੰਪਰਾਵਾਂ ਗੁਰਦੁਆਰਿਆਂ ਵਿੱਚ ਦੇਖੀਆਂ ਤਾਂ ਉਹਨਾਂ ਨੇ ਫੈਸਲਾ ਕੀਤਾ ਵੀ ਰਹਿਤ ਮਰਜ਼ਾਦਾ ਗੁਰਦੁਆਰੇ ਸਾਹਿਬਾਨਾਂ ਦੀ ਇੱਕ ਕਾਲੀ ਰਹੁ ਰੀਤ ਕਮੇਟੀ ਬਣਾਈ ਜਾਵੇ। ਜੀ ਜਿਹੜੀ ਪਹਿਲੀ ਰਹੁ ਰੀਤ ਕਮੇਟੀ ਬਣੀ ਉਸਦੇ 25 ਮੈਂਬਰ ਸੀ, ਜਿਸ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਗਿਆਨੀ ਸ਼ੇਰ ਸਿੰਘ, ਗਿਆਨੀ ਠਾਕਰ ਸਿੰਘ, 25 ਬੰਦਿਆਂ ਦੀ ਕਮੇਟੀ ਬਣਾਈ ਗਈ। ਰਹੁ ਰੀਤ ਕਮੇਟੀ ਦਾ ਨਾਮ ਦਿੱਤਾ ਗਿਆ। ਉਸਦੇ ਕਨਵੀਨਰ ਪ੍ਰੋਫੈਸਰ ਤੇਜਾ ਸਿੰਘ ਨੂੰ ਲਾਇਆ ਗਿਆ। ਹਾਂ ਜੀ ਜੀ। ਤੇ ਜੇ ਮੈਂ ਤੁਹਾਨੂੰ ਡੇਟ ਵਾਈਜ਼ ਦੱਸਾਂ, ਮੈਂ ਸਮਝਦਾ ਵੀ 4-5 ਅਕਤੂਬਰ 1931 ਨੂੰ ਇਹਨਾਂ ਦੀ ਸਬ ਕਮੇਟੀ ਦੀ ਮੀਟਿੰਗ ਹੋਈ, ਫਿਰ 3 ਜਨਵਰੀ 1932 ਨੂੰ ਹੋਈ, ਫਿਰ 31 ਜਨਵਰੀ 1932 ਨੂੰ ਹੋਈ। ਇਹਨਾਂ ਨੇ ਬਹੁਤ ਘੋਖ ਪੜਤਾਲ ਕਰਨ ਤੋਂ ਬਾਅਦ ਜੋ ਖਰੜਾ ਸਾਡੇ ਹੱਥ ਵਿੱਚ ਹੈ, ਜੋ ਰਹਿਤ ਮਰਜ਼ਾਦਾ ਸਾਡੇ ਹੱਥ ਵਿੱਚ ਹੈ, ਇਹ ਸਾਨੂੰ ਲਿਖ ਕੇ ਦਿੱਤੀ ਤੇ ਸ਼੍ਰੋਮਣੀ ਕਮੇਟੀ ਨੂੰ ਮਤਲਬ ਪੇਸ਼ ਕੀਤੀ। ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 8 ਮਈ 1932 ਨੂੰ ਇਸ ਖਰੜੇ ਨੂੰ ਹੋਰ ਵਿਚਾਰਨ ਲਈ ਦੁਬਾਰਾ ਫਿਰ ਇਸ ਕਮੇਟੀ ਦੇ ਹਵਾਲੇ ਕਰ ਦਿੱਤਾ ਜੀ। ਉਪਰੰਤ ਹੋਰ ਸੱਜਣਾਂ ਦੇ ਖਰੜੇ ਤੇ ਮੁੜ ਵਿਚਾਰ ਕਰਨ ਨਾਲ ਜੀ 26 ਸਤੰਬਰ 1932 ਨੂੰ ਮਤਲਬ ਜਿਹੜੇ ਸੱਜਣ ਸ਼ਾਮਲ ਹੋਏ, ਜਿਵੇਂ ਗਿਆਨੀ ਸ਼ੇਰ ਸਿੰਘ ਜੀ, ਗਿਆਨੀ ਠਾਕਰ ਸਿੰਘ ਜੀ, ਭਾਈ ਜੋਗਿੰਦਰ ਸਿੰਘ ਜੀ, ਮੀਰਜ਼ਾਦਾ ਤਖ਼ਤ ਕੇਸਗੜ੍ਹ ਸਾਹਿਬ, ਇਹਨਾਂ ਸੱਜਣਾਂ ਨੇ ਜੋ ਇਹ ਰਹਿਤ ਮਰਜ਼ਾਦਾ ਸਾਡੇ ਹੱਥ ਵਿੱਚ ਹੈ, ਇਹ ਰਹਿਤ ਮਰਜ਼ਾਦਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਜਿਹੜਾ ਮਿਸ਼ਨ ਬੋਰਡ ਬਣਿਆ ਸੀ ਹਿੰਦੁਸਤਾਨ ਦਾ, ਉਸ ਨੂੰ ਪਹਿਲਾਂ ਇਹ ਦਿੱਤੀ ਗਈ ਵੀ ਤੁਹਾਡੇ ਇਸ ਬਾਰੇ ਕੀ ਵਿਚਾਰ ਆ। ਜਿਹੜਾ ਖਰੜਾ ਦਿੱਤਾ ਗਿਆ, ਇਹਨੂੰ ਖਰੜਾ ਕਹਿੰਦੇ ਹੈ, ਵੀ ਇਹ ਪ੍ਰਵਾਨਿਤ ਨਹੀਂ ਹੋਇਆ, ਇਹ ਪਾਸ ਨਹੀਂ ਹੋਇਆ, ਉਹ ਖਰੜਾ ਹਿੰਦ ਸਿੱਖ ਮਿਸ਼ਨ ਬੋਰਡ ਦੇ ਪੇਸ਼ ਕੀਤਾ ਗਿਆ ਜੀ। ਤੇ ਉਹਨਾਂ ਦੇ ਮਤਾ ਨੰਬਰ 1/836 ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਮਤਲਬ ਰਹੁ ਰੀਤ ਕਮੇਟੀ ਨੇ ਮਤਾ ਦਿੱਤਾ ਸੀ, ਉਸ ਮਸਲੇ ਨੂੰ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਵੱਲੋਂ ਵੀ ਮਾਨਤਾ ਮਿਲ ਗਈ, ਉਸ ਨੂੰ ਸਹੀ ਮੰਨਿਆ ਗਿਆ ਜੀ ਜੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 1/836 ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਤਾ ਨੰਬਰ 149 ਮਿਤੀ 12/36 ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹਕਾਰ ਕਮੇਟੀ ਨੂੰ ਆਪਣੀ ਇਕੱਤਰਤਾ ਵਿੱਚ 7/1/45 ਨੂੰ ਇਸ ਨੂੰ ਦੁਆਰਾ ਵਿਚਾਰ ਲਈ ਭੇਜਿਆ। ਇਸ ਨੂੰ ਪ੍ਰਵਾਨ ਕਰ ਲਿਆ ਜੀ 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 ਬੋਲੋ ਜੀ ਬੋਲੋ। ਇਸ ਨੂੰ 12/36 ਨੂੰ ਪ੍ਰਵਾਨ ਕਰ ਲਿਆ ਸੀ ਖਰੜੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਅੰਤਰੰਗ ਕਮੇਟੀ ਵੱਲੋਂ। ਪਰੰਤੂ ਫਿਰ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਵਿੱਚ ਇਸ ਹੋਰ ਵਾਧੇ ਘਾਟੇ ਕਰਨ ਲਈ 7/1/45 ਨੂੰ ਫਿਰ ਇਸ ਦੇ ਸਪੁਰਦ ਕਰ ਦਿੱਤਾ ਗਿਆ। ਉਸ ਕਮੇਟੀ ਵਿੱਚ ਵੀ ਜਥੇਦਾਰ ਮੋਹਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਸਾਹਿਬ ਅਛਰ ਸਿੰਘ ਜੀ ਹੈਡਗਾਂ ਦੀ ਦਰਬਾਰ ਸਾਹਿਬ, ਪ੍ਰੋਫੈਸਰ ਤੇਜਾ ਸਿੰਘ ਜੀ MA ਖਾਲਸਾ ਕਾਲਜ ਅੰਮ੍ਰਿਤਸਰ, ਇਹ ਜਿਹੇ ਵਿਦਵਾਨ ਸੱਜਣਾਂ ਦੀ 8 ਮੈਂਬਰੀ ਕਮੇਟੀ ਸੀ। ਇਹ ਸਲਾਹਕਾਰ ਕਮੇਟੀ ਨੂੰ ਵਾਧੇ ਘਾਟੇ ਕਰਨ ਲਈ ਕਿਹਾ ਗਿਆ ਤੇ ਫਿਰ ਇਹਨਾਂ ਨੇ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਮਿਤੀ 3/2/45 ਦੇ ਮਤਾ ਨੰਬਰ 97 ਰਾਹੀਂ ਦਿੱਤੀ ਗਈ। ਜਾਣੀ ਕਿ ਇਹ 1945 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਦੁਆਰਾ ਵੀ ਮਤੇ ਤੋਂ ਬਾਅਦ ਸਲਾਹਕਾਰ ਕਮੇਟੀ ਤੇ ਪੇਸ਼ ਕੀਤਾ। ਫਿਰ ਉਹ ਕਮੇਟੀ ਦਾ ਜੋ ਫੈਸਲਾ ਸੀ ਉਹ 45 ਮਤਾ ਨੰਬਰ 45 ਸਾਲ 'ਚ 97 ਮਤਾ ਨੰਬਰ ਰਾਹੀਂ ਇਸ ਨੂੰ ਮਾਨਤਾ ਦਿੱਤੀ। ਕਿਤੇ ਵੀ ਕਿਸੇ ਨੇ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ ਪੜ੍ਹਿਆ, ਕਿਸੇ ਵੀ ਸੰਸਥਾ ਨੇ ਉਸ ਸਮੇਂ, ਕਿਸੇ ਵੀ ਸੰਪਰਦਾ ਨੇ ਇਸ ਰਹਿਤ ਮਰਜ਼ਾਦਾ ਤੇ ਕੋਈ ਕਿੰਤੂ ਨਹੀਂ ਕਰਿਆ। ਨਾ ਹੀ ਕਿਸੇ ਨੇ ਇਹ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਰਹਿਤ ਮਰਜ਼ਾਦਾ ਇਹਨੂੰ ਮਾਨਤਾ ਨਹੀਂ ਹੈ, ਕਿਸੇ ਦਾ ਵੀ ਕੋਈ ਕਿੰਤੂ ਪਰੰਤੂ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਨਹੀਂ ਆਉਂਦਾ। ਪਰੰਤੂ ਮੈਂ ਇੱਕ ਗੱਲ ਕਹਿ ਕੇ ਮੈਂ ਤੁਹਾਨੂੰ ਅੱਗੇ ਜੋ ਹੁਕਮ ਤੁਹਾਡਾ ਮੈਂ ਸੁਣਾਂਗਾ ਜੀ, ਵੀ ਜਿਸ ਤਰ੍ਹਾਂ ਦੋ ਭਰਾਵਾਂ ਦਾ ਝਗੜਾ ਹੋ ਜਾਂਦਾ ਹੈ, ਜੇਕਰ ਉਹ ਸਾਂਝੇ ਬੰਦਿਆਂ ਨੂੰ ਜਾਂ ਸਾਂਝੇ ਰਿਸ਼ਤੇਦਾਰਾਂ ਨੂੰ ਕਹਿੰਦੇ ਨਾ
ਵੀ ਮੇਰਾ ਆਹ ਕਰਤਾ, ਉਹਨੇ ਮੇਰਾ ਆਹ ਦੱਬ ਲਿਆ, ਮੇਰਾ ਆਹ ਕਰਤਾ, ਮੇਰਾ ਉਹ ਕਰਤਾ, ਦੂਸਰਾ ਭਰਾ ਇਸ ਤਰ੍ਹਾਂ ਪੇਸ਼ਕਾਰੀਆਂ ਕਰਦਾ ਹੈ ਜੀ ਤਾਂ ਉਹ ਕਹਿੰਦੇ ਤੂੰ ਵੀ ਠੀਕ ਹੈ, ਦੂਜੇ ਨੂੰ ਕਹਿੰਦੇ ਤੂੰ ਵੀ ਠੀਕ ਹੈ, ਤੇ ਉਹਨਾਂ ਦਾ ਝਗੜਾ ਵਧੀ ਤੁਰਿਆ ਜਾਂਦਾ ਹੈ। ਜੀ ਜੀ ਪਰੰਤੂ ਜੇਕਰ ਉਹ ਭਰਾ ਕਹਿਣ ਵੀ ਮੇਰਾ ਤਾਂ ਉਸ ਨਾਲ ਕੋਈ ਵੰਡ ਵਿਹਾਰ ਹੀ ਨਹੀਂ, ਪਤਾ ਨਹੀਂ ਕਿਉਂ ਗੁੱਸੇ ਹੈ, ਮੇਰਾ ਤਾਂ ਕੋਈ ਗੁੱਸਾ ਨਹੀਂ, ਮੈਂ ਤਾਂ ਉਹਨੂੰ ਗੱਲ ਲੱਗਣ ਨੂੰ ਤਿਆਰ ਹਾਂ, ਤੇ ਦੂਜਾ ਭਰਾ ਵੀ ਇਸ ਤਰ੍ਹਾਂ ਕਵੇ, ਤਾਂ ਵਿਚਾਲੜੇ ਬੰਦੇ ਪਤਾ ਕੀ ਕਹਿਣਗੇ, ਫਿਰ ਕਹਿਣਗੇ ਤੁਸੀਂ ਇੱਕ ਕਿਉਂ ਨਹੀਂ ਹੋ ਜਾਂਦੇ, ਇਕੱਠੇ ਕਿਉਂ ਨਹੀਂ ਹੋ ਜਾਂਦੇ। ਇਸ ਕਰਕੇ ਸਾਡੇ ਜਿਹੜੇ ਭਰਾ ਕਹਿੰਦੇ ਆ ਵੀ ਰਹਿਤ ਮਰਿਆਦਾ ਨੂੰ ਅਸੀਂ ਨਹੀਂ ਮੰਨਣਾ, ਜਾਂ ਕੁਝ ਭਰਾ ਸਾਡੇ ਮੰਨ ਰਹੇ ਆ ਰਹਿਤ ਮਰਿਆਦਾ ਨੂੰ ਪ੍ਰੋਪਰ, ਉਹ ਜ਼ੋਰ ਦੇ ਰਹੇ ਆ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਸਭਾ ਸੈਟੀਆਂ ਵੀ ਰਹਿਤ ਮਰਿਆਦਾ ਲਾਗੂ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਵੱਡੇ ਉਪਰਾਲੇ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦਾ 250 ਪ੍ਰਚਾਰਕ ਰਹਿਤ ਮਰਿਆਦਾ ਗੁਰਦੁਆਰਾ ਸਾਹਿਬਾਨ ਦੀ ਲਾਗੂ ਕਰਵਾਉਣ ਲਈ ਲੱਗਿਆ ਹੋਇਆ ਹੈ। ਢਾਡੀ ਰਾਗੀ ਪ੍ਰਚਾਰਕ ਲੱਗੇ ਹੋਏ ਹੈ। ਤਕਰੀਬਨ ਸ਼੍ਰੋਮਣੀ ਕਮੇਟੀ ਦੇ ਸਾਰੇ ਪ੍ਰਬੰਧ ਅਧੀਨ ਜੋ ਗੁਰਦੁਆਰੇ ਹੈ, ਜਾਂ ਜੋ ਸਿੰਘ ਸਭਾਵਾਂ ਦੇ ਗੁਰਦੁਆਰੇ ਹੈ, ਜਾਂ ਸ਼ਹਿਰੀ ਗੁਰਦੁਆਰੇ, ਲਗਭਗ ਸਾਰਿਆਂ ਵਿੱਚ ਰਹਿਤ ਮਰਿਆਦਾ ਲਾਗੂ ਹੈ। ਜਾਂ ਤਾਂ ਸਿਰਫ ਜਿਹੜੇ ਡੇਰੇਦਾਰ ਆ ਉਹਨਾਂ ਕੋਲੇ ਨਹੀਂ ਇਹ ਰਹਿਤ ਮਰਿਆਦਾ ਲਾਗੂ, ਜਾਂ ਕਿਤੇ ਕੋਈ ਭੁੱਲੜ ਪਿੰਡੂ ਗੁਰਸਿੱਖ ਵੀਰ ਜਿਹੜੇ ਗੁਰਦੁਆਰੇ 'ਚ ਨਹੀਂ ਧਿਆਨ ਦਿੰਦੇ ਉੱਥੇ ਨਹੀਂ ਲਾਗੂ। ਨਹੀਂ, ਮੈਂ ਸਮਝਦਾ ਵੀ 80% ਘੱਟੋ ਘੱਟ ਰਹਿਤ ਮਰਿਆਦਾ ਸਾਰੇ ਗੁਰਦੁਆਰੇ ਸਾਹਿਬਾਨਾਂ 'ਚ ਲਾਗੂ ਹੈ। ਤੇ ਮੈਂ ਜਿਹੜੀ ਉਹ ਗੱਲ ਕਰ ਰਿਹਾ ਸੀ ਵੀ ਇਹਨਾਂ ਨੇ ਇਹ ਵਖਰੇਵਾਂ ਤਾਂ ਰੱਖਿਆ ਹੋਇਆ ਹੈ ਵੀ ਸਾਨੂੰ ਲੋਕ ਇਹ ਨਾ ਕਹਿਣ ਵੀ ਇਕੱਠੇ ਹੋ ਜਾਓ, ਵੀ ਫਿਰ ਆਪਾਂ ਅਕਾਲ ਤਖ਼ਤ ਦੀ ਮਰਿਆਦਾ ਕਹਿੰਦੇ ਮੰਨਦੇ, ਆਪਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਕਿਉਂ ਨਹੀਂ ਸਮਝਦੇ, ਤੇਰੇ ਦਾ ਆਪਾਂ ਗੁਰਦੁਆਰੇ ਨੂੰ ਇਹ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਦੇ ਦਿੰਦੇ। ਇੱਕੋ ਨਾ ਮੰਨਣ ਵਾਲੀ ਗੱਲ ਹੈ, ਕੋਈ ਮਸਲਾ ਨਹੀਂ ਹੈ ਵੀ ਆਪਣੀਆਂ ਡੇਰੇਦਾਰੀਆਂ ਬਚਾਉਣ ਦੇ ਲਈ ਹੋ ਰਿਹਾ। ਹਾਂ, ਸਿਰਫ ਆਪਣੀਆਂ ਡੇਰੇਦਾਰੀਆਂ ਬਚਾਉਣ ਲਈ ਇਹ ਕੰਮ ਹੋ ਰਿਹਾ ਹੈ। ਰਹਿਤ ਮਰਿਆਦਾ ਮੰਨਣ ਤੋਂ ਕੋਈ ਵੀ ਇਨਕਾਰੀ ਨਹੀਂ। ਮੇਰੀ ਗੁਰੂ ਦੀ ਕਿਰਪਾ ਦੁਆਰਾ ਤੁਹਾਨੂੰ ਵੀ ਪਤਾ ਹੈ ਮਾਲਵੇ ਦੇ 9 ਜ਼ਿਲ੍ਹਿਆਂ ਵਿੱਚ ਡਿਊਟੀ ਲੱਗੀ ਹੋਈ ਹੈ ਬਤੌਰ ਇੰਚਾਰਜ, ਤੇ ਹਰਿਆਣਾ ਤੇ ਰਾਜਸਥਾਨ ਵੀ ਨਾਲ ਦੇਖ ਰਹੇ ਹਾਂ। ਕਿਤੇ ਵੀ ਸਾਨੂੰ ਅਸੀਂ ਜਦੋਂ ਕੋਈ ਵੱਡੇ ਤੋਂ ਵੱਡਾ ਝਗੜਾ ਕਮੇਟੀਆਂ ਦਾ ਹੋਵੇ, ਚਾਹੇ ਗ੍ਰੰਥੀ ਸਿੰਘ ਦਾ ਹੋਵੇ, ਚਾਹੇ ਕੋਈ ਹੋਰ ਮਸਲਾ ਹੋਵੇ, ਜਦੋਂ ਅਸੀਂ ਜਾ ਕੇ ਕਹਿੰਦੇ ਹਾਂ ਵੀ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਨੂੰ ਮੰਨਦੇ ਹਾਂ, ਉਹ ਕਹਿੰਦੇ ਹਾਂਜੀ ਮੰਨਦੇ ਹਾਂ। ਅਕਾਲ ਤਖ਼ਤ ਨੂੰ ਸੁਪਰੀਮ ਮੰਨਦੇ ਹੋ? ਜੀ ਮੰਨਦੇ ਹਾਂ। ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਜੋ ਅਸੀਂ ਫੈਸਲਾ ਕਰਾਂਗੇ ਉਹ ਮੰਨੋਗੇ, ਉਹ ਸਾਨੂੰ ਲਿਖ ਕੇ ਦਿੰਦੇ ਆ, ਤੇ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਅਸੀਂ ਫੈਸਲਾ ਦਿੰਦੇ ਹਾਂ। ਕਦੇ ਵੀ ਉੱਥੇ ਲੜਾਈ ਝਗੜਾ ਮੁੜ ਕੇ ਨਹੀਂ ਪੈਂਦਾ। ਮੇਰਾ ਤਜਰਬਾ ਹੈ, 2-2.5 ਸਾਲ ਦਾ ਮੈਂ ਪ੍ਰੋਪਰ ਇਸ ਸਿਸਟਮ ਵਿੱਚ ਕਰ ਰਿਹਾ। ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਤੁਸੀਂ ਵੀ ਗੁਰਮਤ ਕਾਲਜ ਵਿੱਚ ਰਹਿ ਕੇ ਗਏ ਹੋ, ਬਹੁਤ ਸਾਰੇ ਮਸਲੇ ਜਾਣਦੇ ਰਹੇ ਹੋ, ਤੇ ਤੁਸੀਂ ਜੇ ਵਿਦਿਆਰਥੀ ਵੀ ਹੈ, ਜੇ ਪ੍ਰੋਫੈਸਰ ਵੀ, ਹਰ ਮਸਲੇ 'ਚ ਵਿਚਰੇ ਹੋ, ਤੁਹਾਨੂੰ ਮੈਨੂੰ ਲੱਗਦਾ ਬਹੁਤ ਜ਼ਿਆਦਾ ਜਾਣਕਾਰੀ। ਕਦੇ ਆਪਾਂ ਨੂੰ ਕਦੇ ਪ੍ਰੋਬਲਮ ਨਹੀਂ ਆਈ, ਬੜਾ ਕੀਰਤਨ ਕਰਿਆ ਤੁਸੀਂ, ਕਥਾ ਕਰੀ ਹੈ, ਕਦੇ ਕਿਤੇ ਨਾ ਕਿਤੇ ਨਹੀਂ ਕਰਿਆ। ਰਹਿਤ ਮਰਿਆਦਾ ਤੇ ਸਿਰਫ ਡੇਰੇਦਾਰੀਆਂ ਬਚਾਉਣ ਲਈ ਕਰ ਰਿਹਾ, ਮੇਰੀ ਸਮਝ ਅਨੁਸਾਰ। ਜੀ ਜੀ, ਇਹਦਾ ਪਤਾ ਕੀ ਹੈ ਜੀ ਇੰਚਾਰਜ ਸਾਹਿਬ ਸਰਦਾਰ ਭੋਲਾ ਸਿੰਘ ਜੀ, ਗੱਲ ਇਹ ਆ ਕਿ ਜਿਹੜੇ ਆਮ ਸੰਗਤ ਹੈ ਨਾ, ਹਾਂਜੀ, ਆਪਾਂ ਸਮੁੱਚੀ ਗੱਲ ਕਰਦੇ ਹਾਂ ਅੱਜ, ਕਿਉਂਕਿ ਆਪ ਜੀ ਤੋਂ ਅਸੀਂ ਜਾਣਕਾਰੀ ਕਾਫੀ ਸਮੁੱਚੇ ਮਸਲੇ ਤੇ ਲੈਣਾ ਚਾਹੁੰਦੇ ਹਾਂ, ਕਿਉਂਕਿ ਰੋਜ਼-ਰੋਜ਼ ਆਪ ਜੀ ਦਾ ਵੀ ਸਮਾਂ ਨਹੀਂ ਸਾਨੂੰ ਮਿਲਣਾ। ਹਾਂਜੀ ਹਾਂਜੀ। ਤੇ ਜਿਸ ਤਰ੍ਹਾਂ ਆਮ ਸੰਗਤ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਨਾ, ਜਿਹੜੇ ਨੋ ਡਾਊਟ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਨੇ ਜਾਂ ਵਿਦਵਾਨ ਸੱਜਣ ਨੇ, ਉਹਨਾਂ ਦਾ ਪੜ੍ਹੀ ਹੈ। ਹੁਣ ਅਸੀਂ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ ਹੈ ਕਿ ਰਹਿਤ ਮਰਿਆਦਾ ਦੇ ਉੱਪਰ ਲੜੀਵਾਰ ਵਿਚਾਰ ਚਰਚਾ ਹੋ ਰਹੀ ਹੈ, ਬਹੁਤ ਸਾਰੇ ਗ੍ਰੰਥੀ ਸਿੰਘ ਦੱਸਦੇ ਨੇ। ਹੁਣ ਅਰਦਾਸ ਹਰ ਰੋਜ਼ ਹੁੰਦੀ ਹੈ ਜੀ, ਬਾਕੀ ਤੇ ਚਲੋ ਕੰਮ ਜਿਹੜੇ ਆ, ਹੋ ਸਕਦਾ ਕੀਰਤਨ ਕੋਈ ਮਹੀਨੇ 'ਚ ਇੱਕ ਵਾਰੀ ਕਰਦਾ ਹੋਵੇ, ਕਥਾ ਕੋਈ ਰੋਜ਼ ਨਾ ਕਰਦਾ ਹੋਵੇ, ਪਰ ਅਰਦਾਸ ਤਾਂ ਹਰ ਗੁਰਦੁਆਰਾ ਸਾਹਿਬ 'ਚ ਰੋਜ਼ ਹੋ ਰਹੀ ਹੈ ਨਾ। ਹੁਣ ਉੱਥੇ ਜਦੋਂ ਅਰਦਾਸ ਦੇ ਵਿੱਚ ਅਸੀਂ ਇੱਕ ਦਿਨ ਕੁਐਸਚਨ ਰੱਖ ਦਿੱਤਾ ਕਿ ਦਰਸ਼ਨ ਇਸ਼ਨਾਨ ਹੈ ਜਾਂ ਇਸ਼ਨਾਨ, ਹੁਣ ਉਹ ਜਦੋਂ ਦੁਬਾਰਾ ਪੜ੍ਹੀ ਗਈ, ਉਹਦੇ ਸਕਰੀਨਸ਼ਾਟ ਅਸੀਂ ਆਨਲਾਈਨ ਪਾਏ ਤੇ PDF ਫਾਈਲ ਦਿੱਤੀ। ਉੱਥੇ ਉਹਨਾਂ ਨੇ ਬਹੁਤ ਸਾਰਿਆਂ ਨੇ ਇਹ ਕਿਹਾ, ਗ੍ਰੰਥੀਆਂ ਨੇ, ਜਿਹੜੇ ਗ੍ਰੰਥੀ ਸਿੰਘ ਨੇ, ਮੈਂ ਸਤਿਕਾਰ ਨਾਲ ਨਾ ਲਵਾਂ, ਉਹਨਾਂ ਨੇ ਗ੍ਰੰਥੀ ਸਿੰਘਾਂ ਨੇ ਕਈਆਂ ਨੇ ਇਹ ਗੱਲ ਆਖੀ ਕਿ ਅਸੀਂ ਤਾਂ ਅੱਜ ਤੱਕ ਰਹਿਤ ਮਰਿਆਦਾ 'ਚ ਪੜ੍ਹਨ, ਸਾਡੇ ਦਿਮਾਗ 'ਚ ਹੀ ਨਹੀਂ ਸੀ ਵੀ ਦਰਸ਼ਨ ਇਸ਼ਨਾਨ ਜਾਂ ਇਸ਼ਨਾਨ ਕੀ ਲਿਖਿਆ ਹੈ, ਇਹੋ ਜਿਹਾ ਕਦੇ ਕੁਐਸਚਨ ਹੀ ਨਹੀਂ ਆਇਆ। ਹੁਣ ਇਹ ਜਿਹੜੀ ਘਾਟ ਹੈ, ਇਹ ਘਾਟ ਕਿਸ ਲੈਵਲ ਤੇ ਵੀ ਸਾਡੇ ਗ੍ਰੰਥੀ ਸਿੰਘਾਂ ਨੂੰ ਨਹੀਂ ਪਤਾ। ਜਿੱਦਾਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਨੇ, ਹੁਣ ਆਪ ਜੀ ਦੇ ਕੋਲੇ ਉੱਥੇ ਪ੍ਰਚਾਰਕ ਸਿੰਘ ਵੀ ਨੇ, ਢਾਡੀ ਵੀ ਨੇ, ਰਾਗੀ ਵੀ ਨੇ, ਔਰ ਬੜੀ ਚੰਗੀ ਗੱਲ ਹੈ ਤੁਸੀਂ ਇੱਕ ਡਰਾਮਾ ਟੀਮ ਵੀ ਉੱਥੇ ਬਣਾਈ ਹੋਈ ਹੈ। ਤੇ ਉਹਦੇ ਵਿੱਚ ਜਦੋਂ ਇਸ ਤਰ੍ਹਾਂ ਇਹ ਸਿੰਘ ਜਿਹੜੇ ਨੇ, ਜਿਹੜੇ ਕਿਉਂਕਿ ਇਹਨਾਂ ਨੂੰ ਭੈ ਕੋਈ ਨਹੀਂ ਸ਼੍ਰੋਮਣੀ ਕਮੇਟੀ ਦਾ, ਸ਼੍ਰੋਮਣੀ ਕਮੇਟੀ ਨੇ ਡਿਊਟੀ ਹੀ ਰਹਿਤ ਮਰਿਆਦਾ ਦੇ ਪ੍ਰਚਾਰ ਲਈ ਲਾਈ ਹੈ,
ਪਰੰਤੂ ਹਾਂਜੀ। ਫਿਰ ਵੀ ਇਹ ਸੁਹਿਰਦਤਾ ਕਿਉਂ ਨਹੀਂ ਗੀ ਕਿ ਜਿਹੜਾ ਵੀ ਪ੍ਰਚਾਰਕ ਹੈ ਉਹ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਵੇ। ਘੱਟੋ ਘੱਟ ਹੋਰ ਨਹੀਂ ਕੁਝ ਤਾਂ ਰਹਿਤ ਮਰਿਆਦਾ ਦਾ ਜਿੱਥੇ ਵੀ ਉਹ ਜਾਣ 5 ਜਾਂ 10 ਮਿੰਟ, ਜੇ ਘੰਟਾ ਇਕੱਠਾ ਕਰਦੇ ਨੇ, ਘੰਟਾ ਉਹ ਢਾਡੀ ਵਾਰ ਲਾਉਂਦੇ ਨੇ, ਜਾਂ ਜਿਹੜੇ ਸਾਡੇ ਡਰਾਮੇ ਵਾਲੇ ਸੱਜਣ ਜਾਂਦੇ ਨੇ, ਜੇ ਉਹ 10 ਮਿੰਟ ਘੱਟੋ ਘੱਟ ਰਹਿਤ ਮਰਿਆਦਾ ਦੇ ਕਿਸੇ ਇੱਕ ਵਿਸ਼ੇ ਤੇ ਬੋਲ ਦੇਣ ਤਾਂ ਸੰਗਤਾਂ 'ਚ ਅਵੇਅਰਨੈਸ ਆਏਗੀ। ਜਾਂ ਮੇਰੇ ਖਿਆਲ ਨਾਲ ਇਹ ਹੋਣਾ ਚਾਹੀਦਾ ਹੈ, ਜਾਂ ਹੋ ਰਿਹਾ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਭਾਈ ਸਾਹਿਬ ਜੀ, ਬਹੁਤ ਵਧੀਆ ਤੁਸੀਂ ਸਵਾਲ ਕੀਤਾ ਮੈਨੂੰ। ਚਲੋ ਮੈਨੂੰ ਆਪਦੀ ਗੱਲ ਰੱਖਣ ਦਾ ਵੀ ਸ਼ਾਇਦ ਮੌਕਾ ਮਿਲੇ, ਸ਼ਾਇਦ ਮੈਂ ਰੱਖ ਵੀ ਸਕਾਂ ਜੋ ਮੇਰੇ ਮਨ ਵਿੱਚ ਹੈ। ਜੀ ਜੀ ਜੀ, ਤੁਹਾਡੇ ਕੋਲ ਸਾਰਾ ਟਾਈਮ ਹੀ ਤੁਹਾਡਾ ਜੀ। ਹਾਂਜੀ ਹਾਂਜੀ, ਬੇਨਤੀ ਇਹ ਹੈਗੀ ਹੈ ਜੀ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੁਆਰਾ ਜੀ ਜਿੱਥੇ ਪਿੰਡੀ ਪਿੰਡੀ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਜੀ ਉੱਥੇ ਨਾਲ ਰਹਿਤ ਮਰਿਆਦਾ ਦਿਨ ਕਰਾਉਣ ਲਈ ਅਸੀਂ ਹਰ ਸਾਲ ਬੱਚਿਆਂ ਦੇ ਗੁਰਮਤਿ ਕੈਂਪ ਵੀ ਲਾਉਂਦੇ ਹਾਂ। ਜੀ ਜੀ ਪਿਛਲੇ ਸਾਲ ਸਾਡੇ 9 ਜ਼ਿਲ੍ਹਿਆਂ ਵਿੱਚ 25,000 ਵਿਦਿਆਰਥੀਆਂ ਨੇ ਗੁਰਮਤਿ ਕੈਂਪ ਲਾਇਆ, ਜੀ ਜਿੱਥੇ ਅਸੀਂ ਆਓ ਗੁਰੂ ਇਤਿਹਾਸ ਜਾਣੀਏ ਮਤਲਬ ਤੇ ਰਹਿਤ ਮਰਿਆਦਾ ਜੀ ਸਪੈਸ਼ਲੀ ਜ਼ੋਰ ਦਿੱਤਾ ਜਾਂਦਾ ਹੈ ਬੱਚਿਆਂ ਨੂੰ ਵੀ, ਕਿਉਂਕਿ ਗ੍ਰੰਥੀ ਸਿੰਘ ਵੀ ਸ਼ਾਮਲ ਹੁੰਦੇ ਆ, ਵੱਡੀਆਂ ਬੀਬੀਆਂ ਵੀ ਕਈ ਵਾਰੀ ਆਉਂਦੀਆਂ। ਹਰ ਇੱਕ ਨੂੰ ਅਸੀਂ ਰਹਿਤ ਮਰਿਆਦਾ ਦ੍ਰਿੜ ਕਰਾਉਂਦੇ। ਐਸੀ ਕਰੋਨਾ ਮਹਾਂਮਾਰੀ ਦੇ ਸਮੇਂ 'ਚ ਵੀ ਅਸੀਂ ਆਨਲਾਈਨ ਕੈਂਪ ਲਾ ਰਹੇ ਹਾਂ ਜੀ ਹਰ ਥਾਂ। ਰਹਿਤ ਮਰਿਆਦਾ ਤੇ ਆਓ ਗੁਰੂ ਇਤਿਹਾਸ ਜਾਣੀਏ, ਇਹ ਸਪੈਸ਼ਲ ਤੌਰ ਤੇ ਅਸੀਂ ਬੱਚਿਆਂ ਨੂੰ ਦ੍ਰਿੜ ਕਰਵਾਉਂਦੇ ਹਾਂ। ਜੇ ਕੋਈ ਵੱਡੇ ਆ ਉਹਨਾਂ ਲਈ ਵੱਡਾ ਸਿਲੇਬਸ ਵੀ ਸਾਡੇ ਕੋਲ ਹੈਗਾ। ਫਿਰ ਅਸੀਂ ਮਤਲਬ ਹਰ 5ਵੀਂ ਤੋਂ ਲੈ ਕੇ ਐਮਏ ਤੱਕ ਧਾਰਮਿਕ ਪ੍ਰੀਖਿਆਵਾਂ ਲੈਂਦੇ ਆ, ਜਿਸ 'ਚ ਇੱਕ ਸਿੱਖ ਰਹਿਤ ਮਰਿਆਦਾ ਦਾ ਪੇਪਰ ਹੁੰਦਾ ਹੈ, ਇੱਕ ਗੁਰਬਾਣੀ ਦਾ ਹੁੰਦਾ ਹੈ, ਇੱਕ ਫਿਲਾਸਫੀ ਦਾ ਹੁੰਦਾ ਹੈ। ਜੀ ਜੀ 3 ਅਸੀਂ ਪੇਪਰ ਲੈਂਦੇ ਆ ਤੇ ਮਤਲਬ ਹਰ ਲੈਵਲ ਦਾ ਪੇਪਰ ਪਾਇਆ ਜਾਂਦਾ, ਪਹਿਲਾ ਦਰਜਾ, ਦੂਜਾ, ਤੀਜਾ, ਚੌਥਾ। ਤੇ ਘੱਟੋ ਘੱਟ 2-3 ਲੱਖ ਬੱਚਾ ਸਾਡੇ ਹਿੰਦੁਸਤਾਨ ਤੋਂ ਅਪੀਅਰ ਕਰਦਾ ਹੈ। ਉਹਦੇ ਬਹੁਤ ਸਾਰੇ ਅਸੀਂ ਵਜ਼ੀਫੇ ਵੀ ਦਿੰਦੇ ਆ, ਬੜਾ ਕੁਛ ਕਰਦੇ ਆ ਜੀ। ਤੇ ਬਾਕੀ ਸਿਰੇ ਪਿਛਲੇ ਸਾਲ ਗੁਰੂ ਦੀ ਅਪਾਰ ਬਖਸ਼ ਦੁਆਰਾ ਗੁਰੂ ਨਾਨਕ ਸਾਹਿਬ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਵੈਸੇ ਤਾਂ 6 ਹੋ ਗਏ ਟੋਟਲ ਸਾਡੇ ਪਾਠ ਬੋਧ ਸਮਾਗਮ ਪੰਜਾਬ ਵਿੱਚ, ਪਰੰਤੂ ਗੁਰੂ ਦੀ ਕਿਰਪਾ ਦੁਆਰਾ 4 ਪਾਠ ਬੋਧ ਸਮਾਗਮ ਮਾਲਵਾ ਜ਼ੋਨ ਵਿੱਚ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਅਸੀਂ ਤੁਸੀਂ ਸਮਝੋਗੇ ਜਿਹੜਾ ਤਖਤੂਪੁਰੇ ਸਾਡਾ ਗ੍ਰੰਥੀਆਂ ਦਾ ਕੈਂਪ ਲੱਗਿਆ, ਉਹ ਸਿਰਫ ਗ੍ਰੰਥੀ ਵੀਰਾਂ ਨੂੰ ਹੀ ਬੁਲਾਇਆ ਗਿਆ, ਚਾਹੇ ਗੁਰਦੁਆਰਾ ਸਾਹਿਬ ਸੇਵਾ ਦਿੰਦੇ ਆ ਤੇ ਚਾਹੇ ਪਿੰਡ 'ਚ ਗ੍ਰੰਥੀ ਦੀ ਸੇਵਾ ਨਿਭਾਉਂਦੇ ਆ। ਤੇ ਉਹਨਾਂ ਨੂੰ ਅਸੀਂ ਮਹੀਨਾ ਸੰਥਿਆ ਕਰਵਾਈ ਸਾਰੇ ਗੁਰੂ ਗ੍ਰੰਥ ਸਾਹਿਬ ਦੀ, ਸਾਰੇ ਅਰਥ ਵੀ ਦੱਸੇ, ਡੂੰਘੇ ਕੋਈ ਜਿਹੜਾ ਵਿਸ਼ਰਾਮ ਸੀ ਉਹ ਵੀ ਦੱਸੇ, ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ। ਨਾਲ ਹੀ ਦ੍ਰਿੜ ਮਰਿਆਦਾ ਰਹਿਤ ਦ੍ਰਿੜ ਕਰਵਾਈ ਤੇ ਨਾਲ ਦੀ ਨਾਲ ਤੁਹਾਨੂੰ ਹੋਰ ਦੱਸ ਦਿਆਂ, ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਆਉਣ ਜਾਣ ਦਾ ਸਫ਼ਰ ਭੱਤਾ 5100 ਰੁਪਇਆ ਵੀ ਦਿੱਤਾ। ਠੀਕ ਹੈ ਜੀ। ਪੂਰੇ 600 ਗ੍ਰੰਥੀ ਸਿੰਘ ਨੇ ਕੈਂਪ ਲਾਇਆ ਸਾਡਾ। ਠੀਕ ਹੈ ਜੀ। ਸ਼੍ਰੋਮਣੀ ਕਮੇਟੀ ਮੈਂਬਰ ਸਮੇਤ ਪਰਿਵਾਰਾਂ ਦੇ ਵੀ ਮਤਲਬ ਕੈਂਪਾਂ ਮਤਲਬ ਗੁਰਮਤਿ ਪਾਠ ਬੋਧ ਸਮਾਗਮ ਸ਼ਾਮਲ ਹੁੰਦੇ ਰਹੇ। ਜੀ ਜੀ। ਸਾਡੇ ਕੋਲੇ ਤੁਹਾਡੇ ਲਈ ਸਵਾਲ ਬੜੇ ਨੇ। ਹਾਂਜੀ, ਕੋਈ ਨਹੀਂ, ਮੈਂ ਪਹਿਲਾਂ ਮੈਨੂੰ ਕਰ ਲੈਣ ਦਿਓ। ਆਪ ਜੀ ਦੀ ਗੱਲ ਪੂਰੀ ਹੋ ਗਈ? ਮੈਂ ਕਰਨੀ ਹੈ ਜੀ। ਸ੍ਰੀ ਦਰਬਾਰ ਸਾਹਿਬ ਮੁਕਤਸਰ ਪਾਠ ਬੋਧ ਸਮਾਗਮ ਕਰਾਇਆ, ਤਖਤ ਸ੍ਰੀ ਦਮਦਮਾ ਸਾਹਿਬ ਪਾਠ ਬੋਧ ਸਮਾਗਮ ਕਰਾਇਆ, ਪਿੰਡ ਝੰਡੂ ਕੇ ਸੂਰਜਲ ਹਲਕੇ ਵਿੱਚ ਪਾਠ ਬੋਧ ਸਮਾਗਮ ਕਰਾਇਆ। ਉੱਥੇ ਸਾਰੀ ਰਹਿਤ ਮਰਿਆਦਾ ਬਾਰੇ ਵੀ ਜਾਣਕਾਰੀ ਦਿੱਤੀ ਤੇ ਗੁਰਬਾਣੀ ਸੰਥਿਆ ਬਾਰੇ ਵੀ, ਵਿਸ਼ਰਾਮਾਂ ਬਾਰੇ ਵੀ, ਅਰਥਾਂ ਬਾਰੇ ਵੀ ਅਸੀਂ ਕਾਫੀ ਡੂੰਘਾਈ ਨਾਲ ਬੜੇ ਵਧੀਆ ਵਿਦਵਾਨ ਸੱਜਣ ਸਦਕੇ, ਵੱਡੇ ਵੱਡੇ ਯੂਨੀਵਰਸਿਟੀ ਦੇ ਵਿਦਵਾਨ ਸਦਕੇ ਵੀ ਲੈਕਚਰ ਕਰਵਾਏ ਗਏ। ਪਰੰਤੂ ਕਾਰਨ ਜਿਹੜਾ ਤੁਸੀਂ ਕਹਿੰਦੇ ਭਾਈ ਸਾਹਿਬ, ਬਿਲਕੁਲ ਤੁਹਾਡੇ ਨਾਲ ਮੈਂ ਸਹਿਮਤ ਵੀ ਹਾਂ ਇਸ ਗੱਲ ਨਾਲ, ਮੈਂ ਕੋਈ ਮੁਨਕਰ ਨਹੀਂ ਹਾਂ। ਉਹਦਾ ਕਾਰਨ ਇਹ ਬਣ ਗਿਆ ਵੀ ਕਿਤੇ ਨਾ ਕਿਤੇ ਮੇਰਾ ਭਾਈਚਾਰਾ ਹੈ, ਮੈਂ ਉਹਨਾਂ ਨਾਲ ਸੰਬੰਧਿਤ ਹਾਂ, ਮੇਰੇ ਵੀਰ ਹੈ, ਥੋੜੀਆਂ ਤਨਖਾਹਾਂ ਤੇ ਟਾਈਮ ਪਾਸ ਕਰ ਰਹੇ ਹੈ। ਉਹ ਗ੍ਰੰਥੀ ਸਿੰਘ ਬਹੁਤ ਸਤਿਕਾਰਯੋਗ ਹੈ, ਵਜ਼ੀਰ ਹੈ ਮਹਾਰਾਜ ਦੇ। ਕਿਤੇ ਨਾ ਕਿਤੇ ਸੰਗੋਠੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਵੀ ਹੁੰਦੀ ਹੈ। ਉਹ ਬੰਦੇ ਆਪ ਦਾ ਚਮੜੀ ਬਚਾਉਣ ਲਈ ਜਾਂ ਲੋਕਾਂ ਨਾਲ ਬੁਰੇ ਪੈਣ ਦੀ ਥਾਂ ਉਹ ਇਹ ਵੀ ਕਹਿ ਦਿੰਦੇ ਆ, ਕਿਤੇ ਨਾ ਕਿਤੇ ਸਾਨੂੰ ਇਹ ਵੀ ਦੇਖਣ ਨੂੰ ਮਿਲਦਾ ਵੀ ਇੱਕ ਤਾਂ ਕੋਈ ਆਏ ਹੀ ਨਹੀਂ ਜੀ, ਕੋਈ ਦੱਸਿਆ ਹੀ ਨਹੀਂ ਗਿਆ। ਪਰ ਮੈਂ ਤੁਹਾਨੂੰ ਦੱਸਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪਿਛਲੇ 1.5 ਸਾਲ ਲਾ ਕੇ ਅਸੀਂ ਪਿੰਡ ਜਾ ਕੇ ਇੱਕ ਗੁਰਦੁਆਰਾ ਸਾਹਿਬ ਕਿੰਨੇ ਸਰੂਪ ਹੈ, ਕਿੰਨੇ ਨੰਬਰ ਦਾ ਸਰੂਪ ਹੈ ਜੀ, ਕਿੰਨੇ ਮੈਂਬਰ ਨੇ ਇਸ ਕਮੇਟੀ ਦੇ, ਕਿੰਨੇ ਗੁਰਦੁਆਰੇ ਇਸ ਪਿੰਡ 'ਚ, ਇਸ ਪਿੰਡ ਦੀ ਆਬਾਦੀ ਕਿੰਨੀ ਹੈ, ਗੁਰਸਿੱਖ ਨੇ, ਹਰ ਤਰ੍ਹਾਂ ਦੇ ਅੰਕੜੇ ਸਾਡੇ ਕੋਲੇ ਉਪਲਬਧ ਹਨ। ਜੇ ਵੀਰ ਜੀ ਕਿਤੇ ਦਰਸ਼ਨ ਦਿਓ ਮੈਂ ਤੁਹਾਨੂੰ ਦਿਖਾ ਦੂੰ। ਪਹਿਲਾਂ ਬਣੀਆਂ ਪਿੰਡ ਗੁਰਦੁਆਰਾ ਸਾਹਿਬ ਗਏ ਆ,
ਚਲੋ ਜੀ। ਅਫਸੋਸ ਹੈ ਵੀ ਸਾਨੂੰ ਕਿਉਂ ਮਤਲਬ ਸਾਡਾ ਡਾਊਨਫਾਲ ਜਾਂ ਸਾਡੀ ਨੈਗੇਟਿਵਿਟੀ ਉਜਾਗਰ ਕਰੀ ਜਾਂਦੀ ਹੈ। ਅਸੀਂ ਕਰੋਨਾ ਮਹਾਂਮਾਰੀ 'ਚ ਵੀ ਹੁਣ ਪਹਿਲਾਂ ਕੈਂਪ ਲਾਏ, ਗੁਰਮਤਿ ਕੈਂਪ, ਹੁਣ ਅਸੀਂ ਪ੍ਰਸ਼ਨੋਤਰੀ ਮੁਕਾਬਲੇ ਕਰਵਾ ਰਹੇ ਹਾਂ ਆਨਲਾਈਨ, ਤੇ ਸਾਡੇ ਅਗਸਤ ਵਿੱਚ ਸ਼ੁਰੂ ਹੋ ਜਾਣੇ ਆ। ਮਾਝਾ ਬਾਬਾ ਜੋਨ ਵਿੱਚ ਹੋ ਸਰਦਾਰ ਜੀ ਚੁੱਕੇ ਨੇ। ਗੱਲ ਇਹ ਹੈ ਕਿ ਕੰਮ ਜਿਹੜੇ ਆਪ ਜੀ ਨੇ ਦੱਸੇ ਨੇ ਨੋ ਡਾਊਟ ਹੋ ਰਹੇ ਨੇ, ਕੰਮ ਹਾਂਜੀ। ਬਹੁਤ ਸਾਰੀਆਂ ਸੰਸਥਾਵਾਂ ਹੋਰ ਵੀ ਕਰ ਰਹੀਆਂ ਨੇ ਜਿਹੜੀਆਂ ਰਹਿਤ ਮਰਿਆਦਾ ਦੇ ਡਟ ਕੇ ਪਹਿਰਾ ਦੇ ਰਹੀਆਂ ਨੇ, ਪਰੰਤੂ ਹਾਂਜੀ, ਜਿਹੜੇ ਹਾਂਜੀ। ਆਮ ਸੰਗਤ ਦੇ ਵਿੱਚ ਹੈ, ਆਮ ਸੰਗਤ ਦੇ ਵਿੱਚ ਜਦੋਂ ਤੱਕ ਆਪਾਂ ਕਥਾ ਕਰਦੇ ਹਾਂ, ਲੋਕ ਕਹਿ ਦਿੰਦੇ ਨੇ ਤੁਹਾਡੀ ਗੱਲ ਤੇ ਠੀਕ ਹੈ ਜੀ, ਪਰ ਹੁਣ ਕੌਣ ਰੋਕੇ, ਦੇ ਲੋਕ ਦਿਖਾਵਾ ਜਾਂ ਲੋਕਾਂ ਦੇ ਨਾਲ ਚੱਲਣਾ ਪੈਂਦਾ ਹੈ। ਇਹ ਜਿਹੜੀ ਧਾਰਨਾ ਹੈ ਵੀ ਲੋਕਾਂ ਦੇ ਨਾਲ ਚੱਲਣਾ ਪੈਣਾ ਜੀ, ਜਿੱਦਾਂ ਜਿੱਥੇ ਜੀ ਮਰਿਆਦਾ ਵੱਖੋ ਵੱਖਰੇ ਪਿੰਡਾਂ ਦੀ ਵੱਖੋ ਵੱਖਰੀ, ਇਹਨੂੰ ਠੱਲ ਪਾਉਣ ਲਈ ਸ਼੍ਰੋਮਣੀ ਕਮੇਟੀ ਜਾਂ ਤੁਹਾਡੇ ਲੈਵਲ ਤੇ ਤੁਸੀਂ ਇੱਕ ਉੱਚ ਅਹੁਦੇ ਤੇ ਇਸ ਵੇਲੇ ਬਿਰਾਜਮਾਨ ਹੋ, ਕਿਉਂਕਿ ਸਵਾਲ ਤੇ ਤੁਹਾਡੇ ਤੋਂ ਹੀ ਪੁੱਛੇ ਜਾਣੇ ਨੇ, ਇਸ ਕਰਕੇ ਇਹਨੂੰ ਠੱਲ ਪਾਉਣ ਲਈ ਕੀ ਯਤਨ ਕਰਨੇ ਚਾਹੀਦੇ ਨੇ? ਚਲੋ ਨਹੀਂ ਹੋਏ, ਮੈਂ ਉਹ ਨਹੀਂ ਕਹਿੰਦਾ, ਕੀ ਕਰ ਸਕਦੇ ਹਾਂ ਅਸੀਂ? ਅਸਲ ਭਾਈ ਸਾਹਿਬ ਜੀ, ਵੈਸੇ ਤੁਸੀਂ ਬਹੁਤ ਜਾਣੂ ਹੈਗੇ ਹੋ, ਆਪਣੇ ਧਰਮ ਪ੍ਰਚਾਰ ਕਮੇਟੀ ਵੱਲੋਂ ਇੰਡੀਆ ਪੱਧਰ ਤੇ 13 ਕਾਲਜ ਚੱਲ ਰਹੇ ਹੈ, 3 ਸਾਲਾ ਗੁਰਮਤਿ ਦੇ ਕੋਰਸ ਦੇ, ਜਿਹੜੇ ਗ੍ਰੰਥੀ, ਰਾਗੀ, ਪ੍ਰਚਾਰਕ, ਤਬਲਾ ਵਾਦਕ, ਸਾਰੰਗੀ ਵਾਦਕ ਜਾਂ ਤੁਹਾਡੀ ਜੋ ਵੀ ਬਣਨਾ ਹੈ ਉਹ ਗੁਰਮਤਿ ਵਿਦਿਆਲਿਆਂ ਤੋਂ ਹੁਣ ਤਾਂ ਇਹ ਵੀ ਕਲੀਅਰ ਹੋ ਗਿਆ। ਇੱਕ ਅਸੀਂ ਡਿਗਰੀ ਕਰਾਉਣ ਲੱਗੇ ਮੈਨੇਜਮੈਂਟ ਦੀ ਵੀ ਟੌੜਾ ਇੰਸਟੀਚਿਊਟ ਦੇ ਵਿੱਚ। ਹੁਣ ਤਾਂ ਉਹ ਕੋਰਸ ਪਾਸ ਕਰਨ ਵਾਲਾ ਹੀ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਆਊਗਾ। ਪਹਿਲਾਂ ਗੁਰਮਤਿ ਵਿਦਿਆਲਿਆਂ ਦੇ ਸਾਡੇ ਵਿਦਿਆਰਥੀ ਜਿਹੜੇ ਸ਼੍ਰੋਮਣੀ ਕਮੇਟੀ 'ਚ ਆ ਰਹੇ ਆ, ਪਹਿਲਾਂ ਸੰਪਰਦਾਵਾਂ 'ਚੋਂ ਵੀ ਆ ਜਾਂਦੇ ਸੀ, ਹੁਣ ਬਹੁਤ ਘੱਟ ਚਾਂਸ ਹੈ, ਜ਼ਿਆਦਾ ਗੁਰਮਤਿ ਕਾਲਜਾਂ ਦੇ ਵਿਦਿਆਰਥੀ ਸਾਡੇ ਆ ਰਹੇ ਆ। ਪਰ ਮੈਂ ਇਹ ਥੋੜ੍ਹੀ ਜਿਹੀ ਤੁਹਾਨੂੰ ਪ੍ਰੋਬਲਮ ਜਿਹੜੀ ਦੱਸਦਾ ਵੀ ਕਿਉਂ ਨਹੀਂ ਹੋ ਸਕਿਆ, ਉਹਦਾ ਉੱਤਰ ਇਹ ਹੈ ਵੀ ਸਾਡੇ ਕੋਲੇ ਜਿਹੜੇ ਵਿਦਿਆਰਥੀ ਆ +2 ਪਾਸ ਆਉਂਦੇ ਆ, ਤੇ 3 ਸਾਲ ਦੇ ਕੋਰਸ ਨਾਲ ਉਹ BA ਲੈਵਲ ਤੇ ਪਹੁੰਚ ਜਾਂਦੇ ਆ। ਜੇ ਸਾਡੇ ਸਿਲੇਬਸ ਨਾਲ ਕੰਪੈਰੀਜ਼ਨ ਕਰੀਏ ਤਾਂ ਮੈਂ ਕਹਿੰਦਾ ਵੀ ਧਰਮ ਦੀ MA ਦੇ ਬਰਾਬਰ ਸਾਡਾ ਸਿਲੇਬਸ ਹੁੰਦਾ ਹੈ। ਧਰਮ ਦੀ MA ਵਾਲਾ ਸ਼ਾਇਦ ਉਹ ਕੁਝ ਨਾ ਕਰ ਸਕੇ ਜਿਹੜਾ ਸਾਡੇ ਗੁਰਮਤਿ ਕਾਲਜ ਦਾ ਡਿਪਲੋਮਾ ਕਰਕੇ ਪ੍ਰਾਪਤ ਕਰ ਜਾਂਦਾ ਹੈ। ਜੀ। ਪਰੰਤੂ ਉਹਨਾਂ ਦਾ ਲੈਵਲ ਇੰਨਾ ਹਾਈ ਹੋ ਜਾਂਦਾ ਹੈ ਵੀ ਉਹਨਾਂ ਨੂੰ ਕਿਤੇ ਚੰਗੇ ਸਥਾਨਾਂ 'ਤੇ ਛੱਡਿਆ ਜਾ ਸਕਦਾ ਹੈ, ਆਮ ਪਿੰਡਾਂ 'ਚ ਨਹੀਂ ਭੇਜਿਆ ਜਾ ਸਕਦਾ। ਵੱਡੇ ਸ਼ਹਿਰਾਂ 'ਚ ਜਾਂ ਫੌਰਨ ਚਲੇ ਜਾਂਦੇ ਆ ਜਾਂ ਸ਼੍ਰੋਮਣੀ ਕਮੇਟੀ 'ਚ ਆ ਜਾਂਦੇ ਆ। ਅਸਲ ਗੱਲ ਇਹ ਸੀ ਵੀ ਜੇਕਰ ਅਸੀਂ ਇਹ ਕੋਈ ਵਿਧੀ ਵਿਧਾਨ ਪਹਿਲਾਂ ਬਣਾ ਲੈਂਦੇ ਵੀ ਪਿੰਡਾਂ 'ਚ ਗ੍ਰੰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਆਪਣੇ ਵਿਦਿਆਲਿਆਂ ਦੇ ਵਿਦਿਆਰਥੀ ਹੁੰਦੇ, ਜਿਸ ਤਰ੍ਹਾਂ ਤੁਸੀਂ ਵੀ ਇੱਕ ਵਿਦਿਆਲੇ 'ਚੋਂ ਪੜ੍ਹੇ ਹੋ, MA ਕਰੀਆਂ 2-3 ਤੋਂ ਹੀ, ਤੁਸੀਂ ਗੁਰਦੁਆਰਾ ਸਾਹਿਬ 'ਚ ਹੁਣ ਸੇਵਾਵਾਂ ਨਿਭਾ ਰਹੇ ਹੋ, ਮੈਨੂੰ ਨਹੀਂ ਲੱਗਦਾ ਵੀ ਤੁਹਾਡੀ ਕੋਈ ਇਕਾਈ ਹੋ ਜਾਂ ਤੁਹਾਡੇ ਪ੍ਰਬੰਧ 'ਚ ਕੋਈ ਇਕਾਈ ਹੋ। ਤੜਕੇ ਮੇਰੀ ਤੁਹਾਡੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਇਆ, ਉਹ ਵੀ ਤੁਹਾਡੀ ਸਲਾਹਤਾ ਕਰ ਰਹੀ, ਬੜਾ ਤੁਹਾਡਾ ਵਧੀਆ ਪ੍ਰਬੰਧ ਹੈ, ਐਡਾ ਵੱਡਾ ਉੱਦਮ ਉਪਰਾਲਾ ਨਾਲ ਸੇਵਾਵਾਂ ਨਿਭਾਉਂਦੇ ਵੀ ਕਰ ਰਹੇ ਹੋ। ਇਹ ਬੰਦਿਆਂ ਤੇ ਡਿਪੈਂਡ ਕਰਦਾ ਵੀ ਅਸਲ ਉਹ ਡੇਰੇਦਾਰਾਂ ਦੇ ਚੁੰਗਲ ਚੋਂ ਨਿਕਲ ਕੇ ਗੁਰਦੁਆਰਾ ਸਾਹਿਬ 'ਚ ਸੇਵਾਵਾਂ ਨਿਭਾਉਣ ਲਈ ਆਇਆ। ਨੌਲੇਜ ਘੱਟ ਹੈ ਤੇ ਪਰੰਤੂ ਰੁਜ਼ਗਾਰ ਕਰਨ ਉਹ ਗੁਰਦੁਆਰਾ ਸਾਹਿਬਾਂ 'ਚ ਆਏ ਹੋਏ ਆ ਤੇ ਹੈ ਸੰਪਰਕ। ਮੈਂ ਦੂਜੇ 2 ਪੈਨਲਿਸਟ ਨੂੰ ਵੀ ਗੱਲਬਾਤ 'ਚ ਸ਼ਾਮਲ ਕਰ ਲਾਂ ਜੀ ਚਰਚਾ 'ਚ। ਸਰਦਾਰ ਅਮਰਿੰਦਰ ਸਿੰਘ ਜੀ, ਆਪਾਂ ਬਹੁਤ ਕੁਝ ਸਰਦਾਰ ਭੋਲਾ ਸਿੰਘ ਹੁਣਾਂ ਤੋਂ ਸੁਣਿਆ ਤੇ ਹੋਰ ਵੀ ਸਮਝਣ ਦਾ ਯਤਨ ਕਰਾਂਗੇ ਅੱਗੇ। ਜੀ। ਹੁਣ ਅਗਲੀ ਜਿਹੜੀ ਗੱਲ ਆਉਂਦੀ ਹੈ ਨਾ, ਮੈਂ ਦੋਨਾਂ ਹੀ ਪੈਨਲਿਸਟ ਤੋਂ ਵਾਰੀ-ਵਾਰੀ ਪੁੱਛਾਂਗਾ। ਇੱਕ ਤਾਂ ਹੈ ਕੀਰਤਨ ਨੂੰ ਰਾਗਾਂ ਵਿੱਚ ਉਚਾਰਨ ਕਰਨ ਨੂੰ ਕਹਿੰਦੇ ਨੇ, ਤੇ ਸੰਗਤ ਵਿੱਚ ਜਿਹੜਾ ਆਹ ਪਾਰਟ ਹੈ ਨਾ, ਸੰਗਤ ਵਿੱਚ ਕੀਰਤਨ ਗੁਰਬਾਣੀ, ਕੇਵਲ ਗੁਰਬਾਣੀ ਜੀ, 1 ਨੰਬਰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਆਪਾਂ ਸਮਝਦੇ ਹਾਂ ਜੀ। ਹਾਂ, ਬਿਲਕੁਲ। ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ਜੀ। ਹੁਣ ਗੁਰਬਾਣੀ ਦਾ ਆਪਾਂ ਸਮਝਦੇ ਹਾਂ ਕਿ ਗੁਰਬਾਣੀ ਤੇ ਹੈ ਗੁਰੂ ਗ੍ਰੰਥ ਸਾਹਿਬ ਦੀ ਜੀ, ਪਰ ਹੁਣ ਨਾਨਕ ਨਾਮ ਦੇ ਹੇਠ ਰਚੀ ਬਾਣੀ ਜਿਹੜੀ ਆ ਉਹ ਬਾਹਰ ਵੀ ਮਿਲਦੀ ਹੈ, ਤੇ ਕੁਝ ਐਸੀਆਂ ਬਾਣੀਆਂ ਨੇ ਜੋ ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਪਰ ਉਹਨਾਂ ਨੂੰ ਗੁਰੂ ਰਚਨਾ ਬਾਹਰਲੀਆਂ ਬਾਣੀਆਂ ਨੂੰ ਮੰਨਿਆ ਜਾਂਦਾ ਹੈ ਪੰਥ ਦੁਆਰਾ ਵੀ, ਜਿਵੇਂ 10ਮ ਗ੍ਰੰਥ ਹੀ ਹੋ ਗਿਆ ਜੀ। ਤਾਂ ਉਹ ਨਾ ਇੱਥੇ ਜ਼ਿਕਰ ਨਹੀਂ ਹੈ, ਉਹਦਾ ਨਿਰਣਾ ਕਿਵੇਂ ਕੀਤਾ ਜਾ ਸਕਦਾ? ਜੀ, ਮੈਂ ਜਵਾਬ ਦੇਵਾਂ ਅਮਰਿੰਦਰ ਸਿੰਘ ਜੀ? ਜੀ, ਮੈਂ ਇਹ ਸੋਚਦਾ ਹਾਂ ਕਿ ਸਤਿਗੁਰੂ ਜੀ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਜੀ। ਪਰ ਜਿਹੜਾ ਅਭਿਆਸੀ ਪੁਰਖ ਜਦੋਂ ਜਿਸ ਬੱਚੇ ਨੇ ਬਚਪਨ ਤੋਂ ਲੈ ਕੇ ਆਪਣੇ ਉਸਤਾਦ, ਆਪਣੇ ਕਿਸੇ ਗ੍ਰੰਥੀ ਸਿੰਘ ਕੋਲੋਂ ਜਾਂ ਕਿਸੇ ਵਿਦਿਆਲੇ ਤੋਂ ਬਾਣੀ ਦੀ ਸਿੱਖਿਆ ਲਈ ਹੋਵੇਗੀ ਨਾ ਜੀ, ਉਹ ਜਦੋਂ ਬਾਣੀ
ਪੜ੍ਹਦਾ ਹੈ ਉਹਨੂੰ ਸਹਿਜੇ ਪਤਾ ਲੱਗ ਜਾਂਦਾ ਕਿ ਇਹ ਮੇਰੇ ਗੁਰੂ ਦੀ ਬਾਣੀ ਹੈ ਜਿਹਦੀ ਮੈਂ ਸੰਥਿਆ ਲਈ ਹੈ, ਜਾਂ ਇਹ ਬਾਹਰੋਂ ਕਿਸੇ ਹੋਰ ਦੀ ਬਾਣੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਵੇਖਦੇ ਹਾਂ ਟਰਾਲੀਆਂ ਤੇ ਲਿਖਿਆ ਹੁੰਦਾ ਸੀ ਜੀ, ਨਾਨਕ ਨੀਵਾ ਜੋ ਚਲੇ ਲੱਗੇ ਨਾ ਤੱਤੀ ਵਾਓ ਜੀ ਜੀ। ਇਹ ਚੀਜ਼ਾਂ ਹੁਣ ਇਸ ਤੁਕ ਨੂੰ ਪੜ੍ਹ ਕੇ ਅਸੀਂ ਸਹਿਜੇ ਹਿਸਾਬ ਲਾ ਸਕਦੇ ਹਾਂ ਵੀ ਇਹ ਗੁਰੂ ਦੀ ਬਾਣੀ ਤਾਂ ਹੋ ਨਹੀਂ ਸਕਦੀ, ਬਿਨਾਂ ਸ਼ੱਕ ਭਾਵੇਂ ਇਹ 'ਚ ਨਾਨਕ ਦਾ ਨਾਮ ਜ਼ਰੂਰ ਲਿਖਿਆ ਹੈ। ਹਾਂਜੀ, ਭਾਈ ਗੁਰਦਾਸ ਜੀ ਵੀ ਕਹਿੰਦੇ ਆ ਨਾ, ਤੈਸੇ ਗੁਰ ਸ਼ਬਦ ਸੁਣਤ ਪਹਿਚਾਨੇ ਸਿੱਖ, ਆਣ ਬਾਣੀ ਕਿਰਤ ਮੀਨਾ ਗਣਤ ਹੈ ਲੇਖ ਹੀ। ਜੀ ਜੀ, ਬਿਲਕੁਲ ਬਿਲਕੁਲ ਉਹੀ ਗੱਲ ਜੀ। ਅਗਲੀ ਜਿਹੜੀ ਵੀਰ ਜੀ ਸੱਸਾ ਸ਼ਬਦ ਹੈ, ਮੈਂ ਥੋੜਾ ਮੈਨੂੰ ਪਤਾ ਤੁਸੀਂ ਨਹੀਂ ਬੋਲੋਗੇ ਉਸ ਵਿਸ਼ੇ ਤੇ। ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗਾਂ ਨਾਲ ਪੜ੍ਹਦੇ ਹਾਂ, ਬਾਹਰ ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕੀ ਧਾਰਨਾ, ਹੁਣ ਇੱਕ ਤਾਂ ਹੈ ਜੀ ਬਾਹਰ ਦੀਆਂ ਤੁਕਾਂ ਜੀ ਜੀ, ਜਾਨੀ ਕਿ ਸ਼ਬਦ ਜਿਵੇਂ ਮੰਨ ਲਓ ਐਸੇ ਗੁਰ ਕੋ ਬਲ ਬਲ ਜਾਈਏ ਪੜ੍ਹਨਾ ਹੈ, ਤੇ ਉਹ ਪੜ੍ਹ ਰਿਹਾ ਐਸੇ ਗੁਰਾਂ ਨੂੰ ਬਲ ਬਲ ਜਾਈਏ ਜੀ, ਉਹਨੂੰ ਤੋੜਤਾ, ਉਹਨੂੰ ਮਤਲਬ ਉਹਦੇ ਸ਼ਬਦ ਦਾ ਸਰੂਪ ਬਦਲ ਦਿੱਤਾ। ਇੱਕ ਤਾਂ ਇਹ ਹੈ ਜੀ, ਇਹ ਤਾਂ ਹੈ ਹੀ ਅਯੋਗ ਤੇ ਗਲਤ, ਬਿਲਕੁਲ ਗਲਤ ਹੈ, ਕਿਉਂਕਿ ਤੁਸੀਂ ਸ਼ਬਦ ਦੀ ਪੰਕਤੀ ਤੋੜ ਰਹੇ ਹੋ ਜੀ। ਤੇ ਉਹ ਰਾਮ ਰਾਜ ਨੇ ਤੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਮਿੱਟੀ ਬੇਈਮਾਨ ਕੀ ਕਿਹਾ ਸੀ ਜੀ, ਤੇ ਗੁਰੂ ਸਾਹਿਬ ਨੇ ਕਿਹਾ ਸਾਡੇ ਮੱਥੇ ਨਾ ਲੱਗੀ, ਤੇ ਇਹ ਉਦੋਂ ਵੀ ਵੱਡਾ ਪਾਪ ਹੋ ਰਿਹਾ। ਪਰੰਤੂ ਭਾਈ ਸਾਹਿਬ ਜਦੋਂ ਹੁਣ ਇੱਕ ਬਾਬਾ ਜੀ ਦੱਸ ਰਹੇ ਸੀ, ਉਹ ਧਾਰਨਾ ਦਾ ਕੀਰਤਨ ਕਰਦੇ ਨੇ ਚਮਟਿਆਂ ਦੇ ਨਾਲ। ਹਾਂਜੀ ਹਾਂਜੀ, ਉਹ ਕਹਿੰਦੇ ਵੀ ਢਾਡੀ ਸਿੰਘ ਵੀ ਤਾਂ ਕਵਿਤਾਵਾਂ ਪੜ੍ਹਦੇ ਨੇ, ਅਸੀਂ ਕਵਿਤਾ ਪੜ੍ਹਦੇ ਹਾਂ। ਜੀ ਜੀ, ਮਤਲਬ ਇਹ ਸ਼ਬਦ ਨੂੰ ਜੋਟੀਆਂ ਦੀ ਧਾਰਨਾ ਪੜ੍ਹਦੇ ਹਾਂ ਤੇ ਬਾਹਰ ਦੀਆਂ ਤੁਕਾਂ ਲਾਉਣੀਆਂ, ਜਾਂ ਇੱਕ ਨਰੋਲ ਧਾਰਨਾ ਹੀ ਕਵਿਤਾ ਹੀ ਪੜ੍ਹਨੀ, ਕੀ ਉਹ ਉਹਨਾਂ ਦਾ ਤਰਕ ਜਾਇਜ਼ ਹੈ? ਜੀ ਜੀ, ਹਾਂਜੀ, ਮੈਂ ਆਪ ਜੀ ਤੋਂ ਸਮਝਣਾ ਚਾਹਾਂਗਾ ਜੀ। ਬੇਨਤੀ ਇਸ ਤਰ੍ਹਾਂ ਹੈ ਜੀ, ਜਿਸ ਤਰ੍ਹਾਂ ਹੁਣ ਤੁਸੀਂ ਉਦਾਹਰਣ ਦਿੱਤੀ, ਜਿੱਥੇ ਗੁਰੂ ਸ਼ਬਦ ਉਹਨਾਂ ਨੇ ਹੋਰ ਉਸ ਨੂੰ ਰੂਪ ਦੇ ਕੇ ਉਸ ਨੂੰ ਗਾਂਹ ਬਣਾ ਦਿੱਤਾ, ਅਤੇ ਉਸ ਤੋਂ ਅੱਗੇ ਫਿਰ ਆਪਣੀਆਂ ਸਾਰੀਆਂ ਕਵਿਤਾਵਾਂ ਜੋੜ ਲਈਆਂ ਵਿੱਚ। ਜਾਂ ਤੇ ਤੁਸੀਂ ਬਿਲਕੁਲ ਇੱਕ ਜਿਵੇਂ ਕਾਵ ਕਵਿਤਾ ਦੇ ਤੌਰ ਤੇ, ਜਿਵੇਂ ਢਾਡੀ ਸਿੰਘ ਆਪਣੇ ਗੁਰੂ ਦੀ ਹਜ਼ੂਰੀ 'ਚ ਢਾਡੀ ਪ੍ਰਸੰਗ ਦੁਆਰਾ ਉਸ ਗੱਲ ਨੂੰ ਸੰਗਤਾਂ ਦੇ ਸਾਹਮਣੇ ਰੱਖਦੇ ਹਨ, ਗੁਰੂ ਦੀ ਮਹਿਮਾ ਲਾ ਲਓ ਕਰਦੇ ਹਨ, ਹਨਾ ਜੀ ਜੀ। ਤੇ ਇੱਕ ਚੀਜ਼ ਹੋ ਗਈ, ਆਪਾਂ ਵਿੱਚੇ ਗੁਰੂ ਦੀ ਬਾਣੀ ਨੂੰ ਪਰੋੜ ਲਿਆ ਅਤੇ ਵਿੱਚੇ ਹੀ ਆਪਣੀ ਕਵਿਤਾ ਫਿੱਟ ਕਰ ਦਿੱਤੀ। ਜੀ ਜੀ, ਇਸ ਗੱਲ ਕਰਕੇ ਇਹ ਮੇਰੇ ਖਿਆਲ ਵੀ ਇੱਥੇ ਅਯੋਗ ਲਿਖਿਆ ਗਿਆ ਕਿ ਜਾਂ ਤੇ ਤੁਸੀਂ ਨਰੋਲ ਗੁਰੂ ਦੀ ਬਾਣੀ ਬਹੁਤ 1430 ਅੰਗ ਨੇ ਜੀ ਗੁਰੂ ਪਾਤਸ਼ਾਹ ਦੇ, ਉਹਦੇ ਵਿੱਚੋਂ ਇਤਨਾ ਅਥਾਹ ਸਮੁੰਦਰ ਆ, ਉਹਦੇ ਵਿੱਚੋਂ ਤੁਸੀਂ ਜਿਵੇਂ ਕੱਲ ਭਾਈ ਸਾਹਿਬ ਸਿੰਘ ਜੀ ਗੱਲ ਕਰਦੇ ਸੀ, ਉਹ ਆਖਦੇ ਸੀ ਕਿ ਜਦੋਂ ਸਾਡੇ ਕੋਲ ਅਥਾਹ ਬਾਣੀ ਦਾ ਸਮੁੰਦਰ ਪਿਆ, ਫਿਰ ਟੋਭਿਆਂ ਦੇ ਵਿੱਚੋਂ ਹੱਥ ਮਾਰਾਂਗੇ, ਉੱਥੇ ਸਾਨੂੰ ਹੀਰਾ ਨਹੀਂ ਲੱਭਣਾ, ਉੱਥੇ ਸਾਡੇ ਹੱਥ 'ਚ ਚਿੱਕੜ ਹੀ ਆਉਣਾ ਹੈ ਜੀ। ਤੇ ਇਸ ਕਰਕੇ ਇਸ ਗੱਲ ਦੀ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ। ਠੀਕ ਹੈ, ਢਾਡੀ ਸਿੰਘਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਕਵਿਤਾਵਾਂ ਹੁੰਦੀਆਂ ਨੇ, ਉਹ ਢੱਡ ਸਰੰਗੀ ਦੇ ਨਾਲ ਸੁਣਨ ਵਾਲਿਆਂ ਸਰੋਤਿਆਂ ਦੇ ਵਿੱਚ ਜੋਸ਼। ਧੰਨਵਾਦ ਸਰਦਾਰ ਤਲਵਿੰਦਰ ਸਿੰਘ ਜੀ। ਜੀ ਜੀ, 11 ਨੰਬਰ ਹੁਕਮ ਲੈਣਾ ਹੈਡਿੰਗ ਦੇ ਥੱਲੇ ਦੋ ਜਿਹੜੇ ਊੜਾ ਤੇ ਐੜਾ ਭਾਗ ਨੇ, ਬੜੇ ਈੜੀ ਵੀ ਮੈਂ ਕਹਾਂਗਾ ਸਾਰੇ ਹੀ ਅਹਿਮ ਹੈ, ਕਿਉਂਕਿ ਬੜੀ ਸ਼ਾਰਟ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਲਿਖੀਆਂ ਨੇ। ਪਹਿਲਾਂ ਤੇ ਇਹ ਲਿਖਿਆ ਕਿ ਦਰਸ਼ਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਕਰਨੇ ਨੇ, ਬਿਨਾਂ ਵਾਕ ਲੈਣ ਤੋਂ ਰੁਮਾਲ ਨਹੀਂ ਚੁੱਕ ਸਕਦੇ। ਰੁਮਾਲਾ ਸਾਹਿਬ ਆਪਾਂ ਕਹਿੰਦੇ ਹਾਂ ਆਮ, ਤੇ ਸੰਗਤ ਵਿੱਚ ਇੱਕ ਵੇਲੇ ਇੱਕੋ ਗੱਲ ਹੋਣੀ ਚਾਹੀਦੀ ਹੈ, ਜਾਂ ਕਥਾ ਜਾਂ ਕੀਰਤਨ ਤੇ ਜਾਂ ਪਾਠ। ਹੁਣ ਇਹ ਦੋਨੋਂ ਚਲੋ ਪਹਿਲਾਂ ਤੇ ਕਿਤੇ ਕਿਤੇ ਆ ਜਿੱਥੇ ਕਹਿੰਦੇ ਨੇ ਰੁਮਾਲਾ ਚੁੱਕ ਕੇ ਦਰਸ਼ਨ ਕਰਾ ਦਿਓ, ਪਰ ਹੁਕਮਨਾਮਾ ਨਹੀਂ ਲਿਆ ਜਾਂਦਾ ਹੈ, ਇਹ ਵੀ ਪਰ ਕਿਤੇ ਕਿਤੇ। ਦੂਜੀ ਗੱਲ ਅਕਸਰ ਦੇਖਣ ਨੂੰ ਮਿਲਦੀ ਹੈ ਜੀ, ਇੱਕ ਤੇ ਅਖੰਡ ਪਾਠ ਸਾਹਿਬ ਚੱਲ ਰਿਹਾ, ਨਾਲ ਹੀ ਕੀਰਤਨ ਹੋ ਰਿਹਾ, ਸਵੇਰੇ ਸ਼ਾਮ, ਸਵੇਰੇ ਆਸਾ ਦੀ ਵਾਰ ਲੱਗ ਰਹੀ ਹੈ, ਸ਼ਾਮ ਨੂੰ ਆਰਤੀ ਕੀਤੀ ਜਾਂਦੀ ਹੈ, ਨਾਲ ਹੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ। ਤੇ ਇਹ ਹੁਣ ਇੱਥੇ ਜੋ ਮਰਿਆਦਾ ਦਿੱਤੀ ਹੈ, ਇਸ ਮਰਿਆਦਾ ਦੇ ਜਿਹੜੇ ਇਹ ਉਲਟ ਕਾਰਜ ਹੋ ਰਹੇ ਨੇ, ਇਹਨਾਂ ਨੂੰ ਕਿਸੇ ਤਰੀਕੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜੇ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਰਹਿਤ ਮਰਿਆਦਾ ਮੰਨੀਏ। ਈੜੀ ਭਾਗ ਹੈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੇਵਲ ਸਿੱਖ। ਹੁਣ ਅੱਗੇ ਬ੍ਰੈਕਟ 'ਚ ਲਿਖਿਆ ਮਰਦ ਜਾਂ ਤੀਵੀਂ ਬੈਠਣ ਦਾ ਅਧਿਕਾਰੀ ਹੈ। ਇਹ ਜਿਹੜੇ 3 ਪਾਠ ਨੇ, ਇਹਨਾਂ ਤੇ ਮੈਂ ਥੋੜਾ ਜਿਹਾ ਵਿਖਿਆਨ ਆਪ ਜੀ ਦਾ ਚਾਹਾਂਗਾ। ਦੇਖੋ ਪ੍ਰੋਫੈਸਰ ਸਾਹਿਬ, ਗੱਲ ਏਦਾਂ ਵੀ ਜਿਹੜੀ ਨਮਸਕਾਰ ਕਰਨ ਦੀ ਗੱਲ ਹੈ, ਨਮਸਕਾਰ ਕੋਈ ਵੀ ਕਰ ਸਕਦਾ ਗੁਰੂ ਸਾਹਿਬ ਨੂੰ ਮੱਥਾ ਟੇਕਣ ਵਾਲਾ ਜੀ। ਤੇ ਦੂਜਾ ਨੰਬਰ ਮੁੱਖ ਵਾਕ ਦੀ ਗੱਲ ਕੀਤੀ ਗਈ, ਇੱਥੇ ਵੀ ਵਾਕ ਲੈਣ ਤੋਂ ਬਿਨਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਜਾ ਕੇ ਦਰਸ਼ਨ ਨਹੀਂ ਕਰਦੇ ਜੀ। ਇਹ ਸਾਰੇ ਵਿਦਵਾਨ ਸੱਜਣਾਂ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਾਂ ਨਮਸਕਾਰ ਕਰਨੀ ਹੈ ਜੀ। ਤੇ ਮੁੱਖ ਵਾਕ ਜਦੋਂ ਲੈਣਾ ਹੈ, ਉਦੋਂ ਹੀ ਸਾਹਿਬ ਜੀ ਦੇ ਆਪਣਾ ਰੁਮਾਲਾ ਸਾਹਿਬ ਚੱਕਣੇ ਨੇ ਜੀ, ਠੀਕ ਹੈ ਜੀ। ਤੇ ਐੜਾ ਨੰਬਰ ਜਦੋਂ ਆਪਾਂ ਪੜ੍ਹਦੇ ਹਾਂ ਵੀ ਸੰਗਤ ਦੇ ਵਿੱਚ ਇੱਕੋ ਗੱਲ
ਵੱਲ ਹੋਣੀ ਚਾਹੀਦੀ ਹੈ। ਇਹ ਮੈਂ ਨਾ ਵੀ ਬਹੁਤ ਵੱਡੀ ਆਪਣੇ 'ਚ ਘਾਟ ਹੈ ਵੀ ਜਦੋਂ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ ਜਾਂ ਗੁਰਬਾਣੀ ਪੜ੍ਹੀ ਜਾਂਦੀ ਹੈ ਕਿਸੇ ਆਪਣਾ ਸਾਊਂਡ ਦੇ ਵਿੱਚ, ਆਮ ਆਪਣਾ ਛੋਟੇ ਲੈਵਲ ਨਹੀਂ ਇਤਿਹਾਸਕ ਗੁਰਦੁਆਰਿਆਂ 'ਚ ਆਪਾਂ ਨੂੰ ਜ਼ਿਆਦਾ ਵੇਖਣ 'ਚ ਮਿਲਦਾ ਹੈ ਵੀ ਕੀਰਤਨ ਹੁੰਦਿਆਂ ਵੀ ਸਾਡੇ ਵਿੱਚ ਨਾ ਸਮਝੀ ਆਪਾਂ ਕਹਿ ਲਈਏ ਵੀ ਨਾ ਸਮਝੀਏ ਜਾਂ ਸਾਡੇ ਕੋਲ ਪ੍ਰਸਾਰ ਨਹੀਂ ਹੋਇਆ, ਅਸੀਂ ਉਹਨਾਂ ਬੱਚਿਆਂ ਨੂੰ ਸਮਝਾ ਨਹੀਂ ਸਕੇ, ਗਿਆਨ ਨਹੀਂ ਦੇ ਸਕੇ। ਨਹੀਂ, ਜਿਹੜੇ ਵੀਰ ਜੀ ਦੇਖੋ, ਇਹ ਜਿਹੜਾ ਇਸ ਤਰ੍ਹਾਂ ਕਰਦੇ ਨੇ, ਇਹ ਆਮ ਲੋਕ ਨਹੀਂ ਕਰਦੇ। ਇਹ ਇੱਕ ਜਥੇ ਆਉਂਦੇ ਨੇ, ਉਹ ਜਥੇ ਏਦਾਂ ਕਰਦੇ ਨੇ। ਉੱਥੇ ਹੁਣ ਜਿੱਦਾਂ ਸਰਦਾਰ ਭੋਲਾ ਸਿੰਘ ਜੀ ਹੁਣਾਂ ਨੇ ਦੱਸਿਆ ਕਿ ਡੇਰੇਦਾਰੀ, ਜਿਹੜੀ ਡੇਰੇਦਾਰੀ ਪ੍ਰਥਾ ਹੈ, ਉਸ ਡੇਰੇਦਾਰੀ ਪ੍ਰਥਾ ਨੂੰ ਚਲਾਉਣ ਲਈ, ਆਪਦਾ ਤੋਰੀ ਫੁਲਕਾ ਚਲਾਉਣ ਲਈ ਹੋ ਰਿਹਾ ਹੈ। ਤੇ ਕੀ ਇਹ ਸਹੀ ਨਹੀਂ ਆ ਵੀ ਇੱਥੇ ਇਹ ਚੀਜ਼ ਵੀ ਜਿਹੜੀ ਹੋ ਰਹੀ ਹੈ ਮਨਮਤ, ਇਹ ਵੀ ਉਸੇ ਦੇ ਹੀ ਕਾਰਨ ਹੈ? ਮੈਂ ਇੱਕ ਮਿੰਟ ਭਾਈ ਸਾਹਿਬ ਜੀ, ਤਲਵਿੰਦਰ ਸਿੰਘ ਜੀ, ਮੈਂ ਆਪ ਜੀ ਦੀ ਗੱਲ ਜੀ ਨੂੰ ਵੱਡਿਆਂ ਕਰਾਂ। ਆਪਣੇ ਨੇੜੇ ਹੀ, ਤੁਹਾਡੇ ਨੇੜੇ, ਮੈਂ ਗੁਰੂ ਘਰ ਦਾ ਨਾਮ ਨਹੀਂ ਲਵਾਂਗਾ, ਤਲਵਿੰਦਰ ਸਿੰਘ ਜੀ, ਤੁਹਾਡੇ ਏਰੀਏ ਦੇ ਵਿੱਚ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਉੱਥੇ ਸਾਨੂੰ ਵੀ 1999 ਤੋਂ ਲੈ ਕੇ 3 ਤੱਕ ਡਿਊਟੀ, ਕੀਰਤਨੀ ਡਿਊਟੀ ਕਰਨ ਦਾ ਸੁਭਾਗ ਮਿਲਿਆ। ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਆ ਉੱਥੇ। ਅੱਜ ਵੀ ਇਸੇ ਤਰੀਕੇ ਦੇ ਨਾਲ, ਅੱਜ ਥੋੜੇ ਪਿਛਲੇ 8 ਕੁ ਸਾਲਾਂ ਤੋਂ ਰੁਕ ਗਿਆ, ਨਹੀਂ ਤੇ ਉਸ ਤੋਂ ਪਹਿਲਾਂ ਚੱਲਦਾ ਸੀ ਜੀ ਤਖਤ ਤੇ, ਭਾਵ ਕਿ ਜਿੱਥੇ ਮੇਨ ਦਰਬਾਰ ਸਾਹਿਬ ਦੇ ਅੰਦਰ ਪਾਠ, ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੁੰਦੇ ਸਨ, ਅਤੇ ਨਾਲ ਹੀ ਰਾਗੀ ਸਿੰਘ ਵੀ ਆਸਾ ਦੀ ਵਾਰ ਦਾ ਕੀਰਤਨ ਵੀ ਸਵੇਰ ਨੂੰ ਕਰਦੇ ਸਨ ਤੇ ਸ਼ਾਮ ਨੂੰ ਵੀ ਕੀਰਤਨ ਕਰਦੇ ਸਨ। ਇਹ ਲੋਕਲ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ, ਤੇ ਮੈਂ ਇੱਥੇ ਇਹਨਾਂ ਦਾ, ਰਾਗੀ ਸਿੰਘਾਂ ਦਾ ਜਾਂ ਮੁਲਾਜ਼ਮ ਜਿਹੜੇ ਸੇਵਾਦਾਰ ਨੇ, ਉਹਨਾਂ ਦਾ ਕਸੂਰ ਨਹੀਂ, ਇਹ ਪ੍ਰਬੰਧਕ ਕਮੇਟੀ ਦਾ ਕਸੂਰ ਹੈ ਜੀ। ਹਾਂਜੀ, ਮੈਂ ਆਖਰੀ ਕਮੈਂਟ ਸਰਦਾਰ ਤਲਵਿੰਦਰ ਸਿੰਘ ਜੀ ਮੈਂ ਚਾਹਾਂਗਾ, ਕਿਉਂਕਿ ਸਮਾਂ ਸੁਸਾਲ ਤੇ ਆਲਾ, ਆਪਾਂ ਸਰਦਾਰ ਭੋਲਾ ਸਿੰਘ ਜੀ ਨੂੰ ਵੀ ਸ਼ਾਮਲ ਕਰਨਾ। ਕੋਈ ਤੁਸੀਂ ਕੁਝ ਕਹਿਣਾ ਚਾਹੋ? ਦੇਖੋ ਜੀ, ਜਿਹੜੀ ਆਪਣਾ ਤੁਸੀਂ ਡੇਰਾਵਾਦ ਦੀ ਗੱਲ ਕਰਦੇ ਆ, ਵਾਕਈ ਅੱਜ ਮਰਜ਼ਾਦਾ ਹੀ ਵੱਖਰੀਆਂ, ਤੇ ਆਪਾਂ ਵੇਖਦੇ ਹਾਂ ਆਮ ਤੌਰ ਤੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਗੁਟਕਾ ਸਾਹਿਬ ਵੀ ਤਕਰੀਬਨ ਵੱਖਰੇ ਹੋ ਗਏ ਨੇ। ਤੇ ਉਹ ਇਹ ਚੀਜ਼ਾਂ ਵੱਲ ਮੈਂ ਨਾ ਸ਼੍ਰੋਮਣੀ ਕਮੇਟੀ ਨੂੰ, ਜਿਹੜੇ ਆਪਣੇ ਧਰਮ ਪ੍ਰਚਾਰ ਕਮੇਟੀ ਵੀ ਲੱਗੇ ਨੇ, ਇਹਨਾਂ ਚੀਜ਼ਾਂ ਦੇ ਖਿਆਲ ਉਹਨਾਂ ਨੂੰ ਕਰਨਾ ਚਾਹੀਦਾ ਹੈ, ਤਾਂ ਕਰਕੇ ਜੋ ਜਿਹੜੀ ਸਿੱਖ ਰਹਿਤ ਮਰਜ਼ਾਦਾ ਹੀ ਲਾਗੂ ਹਰ ਗੁਰੂ ਘਰ ਦੇ ਵਿੱਚ ਹੋਵੇ। ਜਿਵੇਂ ਭਾਈ ਮਹਿੰਦਰ ਸਿੰਘ ਨੇ ਦੱਸਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਉੱਥੇ ਕਰਮਚਾਰੀਆਂ ਦੀ ਕਮੀ ਨਹੀਂ, ਸਾਡੇ ਜਿਹੜਾ ਉੱਪਰਲਾ ਸਰਕਲ ਹੈ ਉਹ ਥੋੜਾ ਜਿਹਾ ਟਾਈਟ ਕੀਤਾ ਜਾਵੇ। ਸਾਰੇ ਹੀ ਗੁਰੂ ਘਰਾਂ ਦੇ ਵਿੱਚ ਆਪਾਂ ਵੀ ਸਹਿਯੋਗ ਦੇਈਏ, ਸੰਗਤ ਵੀ ਸਹਿਯੋਗ ਦੇਵੇ, ਅਤੇ ਸ਼੍ਰੋਮਣੀ ਕਮੇਟੀ ਆਪਣੀਆਂ ਬਣਦੀਆਂ ਕਾਰਵਾਈਆਂ ਕਰ ਵੀ ਰਹੀ ਹੈ, ਤੇ ਹੋਰ ਵੀ ਸਖਤ ਲੈਵਲ ਦੇ ਉੱਪਰ ਕਰੀਆ ਜਾਵੇ। ਹਾਂਜੀ, ਸਰਦਾਰ ਅਮਰਿੰਦਰ ਸਿੰਘ ਜੀ, ਇਹਨੂੰ ਲਾਗੂ ਕਰਾਉਣ ਲਈ ਕੋਈ ਸੁਝਾਅ? ਜੀ, ਮੈਂ ਸਰਦਾਰ ਭੋਲਾ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਅਸੀਂ ਗੁਰੂ ਘਰਾਂ ਦੇ ਅੰਦਰ ਗ੍ਰੰਥੀ ਸਿੰਘਾਂ ਨੂੰ ਦੇਖਦੇ ਹਾਂ, ਜਾਂ ਅਸੀਂ ਵੀ ਗੁਰੂ ਘਰਾਂ ਦੇ ਅੰਦਰ ਸੇਵਾਵਾਂ ਕਰਦੇ ਹਾਂ, ਇਹ ਗ੍ਰੰਥੀ ਸਿੰਘ ਤੇ ਤਕਰੀਬਨ ਸਾਰੇ ਲਾਗੂ ਕਰਵਾਉਣ ਨੂੰ ਤਿਆਰ ਨੇ, ਪਰ ਜਦੋਂ ਉਹਨਾਂ ਦੀ ਪਿੱਠ ਤੇ ਤੁਹਾਡੇ ਵਰਗੇ ਸਹਿਯੋਗੀ ਸੱਜਣ ਖੜੇ ਹੋਣਗੇ, ਇਹ ਮੇਰਾ ਖਿਆਲ ਵੀ ਤਾਂ ਲਾਗੂ ਹੋ ਸਕਦੀ ਹੈ ਪਿੰਡਾਂ ਥਾਵਾਂ ਦੇ ਵਿੱਚ ਜੀ। ਇਹ ਭੋਲਾ ਸਿੰਘ ਜੀ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਸਾਹਿਬ ਜੀ ਸਾਡੇ ਪਿੱਛੇ ਖਲੋ ਕੇ ਵੀ ਧਰਮ ਪ੍ਰਚਾਰ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਸਾਡੇ ਨਾਲ ਖੜੇ ਨੇ, ਫਿਰ ਅਸੀਂ ਬਿਲਕੁਲ ਨਿਧੜਕ ਹੋ ਕੇ ਐਜ਼ ਏ ਗ੍ਰੰਥੀ ਸਿੰਘ ਇਹਨਾਂ ਮਰਿਆਦਾਵਾਂ ਨੂੰ ਆਪਣੇ ਗੁਰੂ ਘਰਾਂ ਦੇ ਅੰਦਰ ਲਾਗੂ ਕਰਵਾ ਸਕਦੇ ਹਾਂ। ਸਰਦਾਰ ਭੋਲਾ ਸਿੰਘ ਜੀ, ਮਤਲਬ ਇਹ ਹੁਣ ਇਹਨਾਂ ਸਿੰਘਾਂ ਨੂੰ ਆਪ ਜੀ ਨੇ ਸੁਣੀ ਲਿਆ, ਲਾਈਨ ਤੇ ਹੋ ਸਰ? ਹਾਂਜੀ ਹਾਂਜੀ ਜੀ ਹਾਂਜੀ, ਆਪ ਜੀ ਨੇ ਸੁਣੀ ਲਿਆ। ਚਲੋ ਇਸ ਤੇ ਵੀ ਕਮੈਂਟ ਆਪ ਜੀ ਦਾ ਜ਼ਰੂਰੀ ਹੈ। ਨਾਲ ਹੀ ਜਿਹੜਾ ਸ਼੍ਰੋਮਣੀ ਕਮੇਟੀ ਕਾਰਜ ਕਰ ਰਹੀ ਹੈ, ਆਪ ਜੀ ਨੇ ਦੱਸਿਆ ਹੈ, ਤੇ ਬੜੀ ਬੇਬਾਕੀ ਨਾਲ ਤੁਸੀਂ ਦੱਸਿਆ ਕਿ ਉਪਜੀਵਕਾਂ ਦਾ ਵੀ ਇੱਕ ਮਸਲਾ ਆ ਜਾਂਦਾ ਹੈ। ਜਿਹੜੀਆਂ ਲੋਕਲ ਕਮੇਟੀਆਂ ਨੇ, ਸ਼੍ਰੋਮਣੀ ਕਮੇਟੀ ਦੇ ਅੰਦਰ ਤੇ ਆਪਣੇ ਵਿਧੀ ਵਿਧਾਨ ਲਾਗੂ ਨੇ, ਪਰ ਜਿਹੜੀਆਂ ਲੋਕਲ ਕਮੇਟੀਆਂ ਨੇ ਉਹਨਾਂ ਦੇ ਵਿੱਚ ਰਹਿਤ ਮਰਿਆਦਾ ਨੂੰ ਕੰਪਲੀਟਲੀ ਲਾਗੂ ਕਰਾਉਣਾ, ਜਾਂ ਜਿੱਥੇ ਇਤਿਹਾਸਿਕ ਗੁਰਦੁਆਰੇ ਪੁਰਾਤਨ ਨੇ, ਉੱਥੇ ਜਿਹੜੀਆਂ ਪੁਰਾਤਨ ਮਨਮਤਾਂ ਜਿਹੜੀਆਂ ਚੱਲ ਰਹੀਆਂ ਨੇ, ਆਪ ਜੀ ਨੇ ਮੰਨਤਾਂ ਦਾ ਜ਼ਿਕਰ ਕੀਤਾ ਸੀ, ਉਹ ਕਈ ਥਾਈਂ ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਗੁਰਦੁਆਰੇ ਨੇ, ਫਿਰ ਵੀ ਉਹ ਕੁਝ ਕੁ ਗੱਲਾਂ ਚੱਲਦੀਆਂ ਨੇ ਸੰਗਤੀ ਲੈਵਲ ਤੇ। ਤੇ ਇਹਨਾਂ ਸਾਰੇ ਮਸਲਿਆਂ ਦਾ ਹੱਲ ਤੁਸੀਂ ਕਿੱਥੇ ਦੇਖਦੇ ਹੋ ਕਿ ਕਿਸ ਤਰ੍ਹਾਂ ਹੋ ਸਕਦਾ ਹੈ? ਵੈਸੇ ਤਾਂ ਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਹੀ ਸਾਰੇ ਮਸਲਿਆਂ ਦਾ ਹੱਲ ਹੋ ਸਕਦਾ ਹੈ ਜੀ। ਤੇ ਪਰੰਤੂ ਜਿੰਨੀ ਕਿ ਮੇਰੀ ਤੁੱਛ ਬੁੱਧੀ ਆ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸਾਰੇ ਮਤਲਬ ਨਿਯਮ ਉਪ ਨਿਯਮ ਇਹੋ ਜਿਹੀ ਸੰਸਥਾ ਸੰਸਾਰ ਵਿੱਚ ਨਹੀਂ ਹੈਗੀ। ਗੁਰਦੁਆਰਾ ਇੱਕ ਇਹਦਾ ਆਪ ਦਾ ਹੈ, ਵਿਧੀ ਵਿਧਾਨ ਇਹਨਾਂ ਦਾ ਆਪ ਦਾ ਹੈ, ਸਰਵ ਸਰੂਪ ਇਹਨਾਂ ਦੇ ਆਪ ਦੇ ਹੈ। ਸੰਸਾਰ ਦੇ 202 ਮੁਲਕਾਂ ਵਿੱਚ ਵੀ ਇਹੋ ਜਿਹਾ ਸਿਸਟਮ ਨਹੀਂ ਹੈਗਾ। ਕਿਸੇ ਵੀ ਸੰਸਥਾ ਦੀ ਆਪਣੀ ਅਦਾਲਤ ਨਹੀਂ ਹੈ। ਸ਼੍ਰੋਮਣੀ ਕਮੇਟੀ ਦਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵੀ ਬਣਿਆ ਹੋਇਆ ਹੈ। ਪਹਿਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਰਹਿਤ ਮਰਜ਼ਾਦਾ ਲਾਗੂ ਕਰਾਉਣ ਲਈ ਸਾਡੀ ਜਿਹੜੀਆਂ ਫਰਜ਼ ਹਨ
ਜੀ ਅਸੀਂ ਰਹਿਤ ਮਰਜ਼ਾਦਾ ਤੇ ਉਸ ਤੋਂ ਇਲਾਵਾ ਤੁਸੀਂ ਸਾਰਿਆਂ ਨੇ ਰਹਿਤ ਮਰਜ਼ਾਦਾ ਦੀ ਗੱਲ ਕੀਤੀ ਹੈ, ਬਹੁਤ ਧੰਨਵਾਦ ਦੇ ਯੋਗ ਹੋ। ਸਾਡਾ ਮੇਨ ਆਧਾਰ ਰਹਿਤ ਮਰਜ਼ਾਦਾ ਹੀ ਆ, ਜੀ ਪਰੰਤੂ ਉਦੋਂ ਬਾਅਦ ਮੈਂ ਸਮਝਦਾ ਵੀ ਸੈਂਕੜੇ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮੇ ਵੀ ਹੋ ਚੁੱਕੇ ਹੈ। ਜੀ ਅਸੀਂ ਰਹਿਤ ਮਰਜ਼ਾਦਾ ਦੇ ਨਾਲ ਨਾਲ ਉਹਨਾਂ ਹੁਕਮਨਾਮਿਆਂ ਦੇ ਵੀ ਪਾਬੰਦ ਹਾਂ। ਜੀ ਅਸੀਂ ਬਹੁਤ ਸਾਰੇ ਮਤਲਬ ਸਾਡੇ ਕੋਲੇ ਕਈ ਵਾਰੀ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਵੀ ਪਿੰਡ ਦਾ 99% ਲੋਕ ਇੱਕ ਪਾਸੇ ਹੁੰਦੇ ਆ ਕਿ ਅਸੀਂ ਸਮਾਧਾਂ ਤੇ ਅਖੰਡ ਪਾਠ ਸਾਹਿਬ ਕਰਾਉਣਾ ਹੈ, ਤੇ 1% ਬੰਦੇ 1 2 4 ਪਿੰਡ ਦੇ ਇੱਕ ਪਾਸੇ ਹੁੰਦੇ ਆ। ਪਰੰਤੂ ਅਸੀਂ ਕਦੇ ਕਿਸੇ ਦਾ ਭੈ ਨਹੀਂ ਮੰਨਿਆ, ਕਦੇ ਕਿਸੇ ਦੀ ਪਰਵਾਹ ਨਹੀਂ ਮੰਨੀ। ਅਸੀਂ ਕਹਿੰਦੇ ਵੀ ਅਕਾਲ ਤਖ਼ਤ ਦੀ ਮਰਜ਼ਾਦਾ ਹੈ, ਅਕਾਲ ਤਖ਼ਤ ਦਾ ਹੁਕਮਨਾਮਾ ਹੈ, ਅਸੀਂ ਉਹਦੇ ਪਾਬੰਦ ਹਾਂ। ਅਸੀਂ ਬਹੁਮਤ ਦੇ ਪਾਬੰਦ ਨਹੀਂ ਹਾਂ। ਅਸੀਂ ਇੱਕ ਬੰਦੇ ਦੇ ਕਦੇ ਵੀ ਸਾਥੋਂ ਕਿਸੇ ਨੇ ਰਹਿਤ ਮਰਜ਼ਾਦਾ ਜਾਂ ਸਾਡੇ ਧਰਮ ਦੇ ਉਲਟ ਜਦੋਂ ਅਸੀਂ ਕਿਸੇ ਵੀ ਸ਼ਖਸੀਅਤ ਨੂੰ ਸਮਝਾ ਦਿੰਦੇ ਹਾਂ ਵੀ ਆਹ ਕੰਮ ਗਲਤ ਹੈ ਜੀ, ਆਹ ਠੀਕ ਹੈ, ਉਦੋਂ ਕੋਈ ਵੀ ਪ੍ਰੈਸ਼ਰ ਨਹੀਂ ਪਾਉਂਦਾ। ਕਿਤੇ ਨਾ ਕਿਤੇ ਸਾਡੇ 'ਚ ਹੀ ਕਮਜ਼ੋਰੀ ਹੁੰਦੀ ਹੈ ਵੀ ਅਸੀਂ ਪਹਿਲਾਂ ਹੀ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਾਂ। ਅਸੀਂ ਮੰਨ ਲੈਂਦੇ ਫਲਾਨਾ ਖੜਾ ਉੱਧਰ, ਤੇ ਮੇਰੇ ਤਾਂ ਗੁਰੂ ਸਾਹਿਬ ਦੀ ਅੱਜ ਤੱਕ ਬਖਸ਼ਿਸ਼ ਰਹੀ ਹੈ ਜੀ, 28 ਸਾਲ ਹੋ ਗਏ ਮੈਨੂੰ ਇਸ ਗੱਲ ਦਾ ਕਦੇ ਸਾਹਮਣਾ ਨਹੀਂ ਕਰਨਾ ਪਿਆ ਵੀ ਕਿਸੇ ਵੀ ਮਹਾਨ ਸ਼ਖਸੀਅਤ ਨੇ ਮੇਰੇ ਤੇ ਇਹੋ ਜਿਹਾ ਪ੍ਰੈਸ਼ਰ ਪਾਇਆ ਹੋਵੇ। ਮੈਂ ਕਈ ਵਾਰੀ ਬਹੁਤ ਵੱਡੇ ਫੈਸਲੇ ਲੈ ਲੈਣਾ, ਪਰੰਤੂ ਸਿੰਘ ਸਾਹਿਬਾਨ ਜਾਂ ਸਾਡੇ ਮੈਂਬਰ ਸ਼੍ਰੋਮਣੀ ਕਮੇਟੀ ਜਾਂ ਪ੍ਰਧਾਨ ਸਾਹਿਬ ਤੱਕ ਵੀ ਉਹ ਕਹਿੰਦੇ ਆ ਵੀ ਇਹ ਫੈਸਲਾ ਠੀਕ ਹੈ, ਜਾਂ ਅਸੀਂ ਕਹਿੰਦੇ ਜੀ ਇਹ 5 ਪਿਆਰਿਆਂ ਨੇ ਫੈਸਲਾ ਕਰਤਾ, ਕਦੇ ਵੀ ਕਿਸੇ ਨੇ ਕਿੰਤੂ ਨਹੀਂ ਕਰਿਆ। ਮੈਂ ਜੇ ਉਦਾਹਰਨ ਦੇਵਾਂ ਨਾ, ਸਾਡੇ ਬਹੁਤ ਹੀ ਸਤਿਕਾਰ ਸ਼ਖਸੀਅਤ ਦਾ ਬਲਵਿੰਦਰ ਸਿੰਘ ਭੁੰਦੜ, ਜਦੋਂ ਉਹਨਾਂ ਤੋਂ ਗਲਤੀ ਹੋਈ, ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ ਕੋਈ ਅਕਾਲ ਤਖ਼ਤ ਸਾਹਿਬ ਕੇਸ ਚਲਾਉਣਾ ਤੱਕ ਦਮਦਮਾ ਸਾਹਿਬ ਵਿਖੇ, ਉਹ ਕਹਿੰਦਾ ਜੋ ਮਰਜ਼ੀ ਸਜ਼ਾ ਲਾ ਦਿਓ ਜੀ। ਮੈਂ ਪਹਿਲੀ ਵਾਰ ਲਾਈਵ ਦੇਖੀ ਉਹ ਗੱਲ ਵੀ ਐਡਾ ਵੱਡਾ ਲੀਡਰ ਵੀ 5 ਪਿਆਰੇ ਸਾਹਿਬਾਨ ਦੇ, ਚਲੋ ਸਿੰਘ ਸਾਹਿਬ ਵੀ ਸ਼ਾਮਲ ਸੀ ਉਹਦੇ ਵਿੱਚ, ਵੀ ਇੰਨਾ ਮਤਲਬ ਨਿਮਰਤਾ ਚ ਆ ਕੇ ਦੀ ਗੱਲ ਕਰਦਾ। ਹਾਲਾਂਕਿ ਫੌਰਾਂ ਵਾਲੇ ਚੁੱਕੀ ਗਏ ਨਾ ਗੱਲਾਂ ਗੁੱਲਾਂ, ਤੇ ਪਰੰਤੂ ਮੇਰੇ ਕੋਲ ਲਿਖਤ ਪਈ ਆ, ਉਹਨਾਂ ਨੇ ਸਾਈਨ ਕਰੇ ਵਾਕਿਆ ਵੀ ਮੈਂ ਮਾਫੀ ਚਾਹੁੰਦਾ, ਇਸ ਗੱਲ ਦੀ ਲਿਖ ਕੇ ਦਿੱਤਾ ਮੇਰੇ ਕੋਲੇ ਪਿਆ। ਕਦੇ ਵੀ ਕੋਈ ਕਿੰਤੂ ਬੇਟੇ ਮੈਂ ਸਮਝਦਾ ਵੀ ਨੈਗੇਟਿਵਿਟੀ ਜ਼ਿਆਦਾ ਜਾ ਰਹੀ ਹੈ। ਮੈਂ ਕਹਿੰਦਾ ਵੀ ਮੈਨੂੰ ਕਦੇ ਵੀ 2.5 ਸਾਲ ਤੇ ਮੇਰਾ ਜਮੇ ਹੀ ਵਾਹ ਵਾਸਤਾ ਸਿੱਧੇ ਤੌਰ ਤੇ ਇਹਨਾਂ ਮਸਲਿਆਂ ਨਾਲ ਹੈ, ਕਦੇ ਅੰਡਰ ਪ੍ਰੈਸ਼ਰ ਨਹੀਂ ਸਮਝਿਆ ਆਪਣੇ ਆਪ ਨੂੰ। ਜਦੋਂ ਕਿਸੇ ਨੂੰ ਵੀ ਸਮਝਾ ਦਿੰਦਾ ਸਾਡੇ ਮੈਂਬਰ ਸ਼੍ਰੋਮਣੀ ਕਮੇਟੀ ਬਿਲਕੁਲ ਹੀ ਕਹਿੰਦੇ ਅਸੀਂ ਰਹਿਤ ਮਰਜ਼ਾਦਾ ਜਾਂ ਧਰਮ ਦੀ ਧੀਨ ਆ, ਜਿੱਥੇ ਉਸ ਮਾਮਲੇ 'ਚ ਅਸੀਂ ਵਿੱਕਾ ਨਹੀਂ ਬਣਨਾ, ਖੁਦ ਫੈਸਲਾ ਕਰ। ਮੈਨੂੰ ਨਹੀਂ ਜੀ ਇਹ ਕਦੇ। ਧੰਨਵਾਦ ਜੀ। ਤੁਹਾਡੀਆਂ ਆਪਣੀਆਂ ਜਿਹੜੀਆਂ ਲਿਮਿਟੇਸ਼ਨਸ ਨੇ ਉਹਨਾਂ ਦੇ ਵਿੱਚ ਰਹਿ ਕੇ ਫਿਰ ਵੀ ਤੁਸੀਂ ਬੇਬਾਕੀ ਨਾਲ ਜਿਹੜੇ ਜਵਾਬ ਦਿੱਤੇ ਨੇ, ਪਰੰਤੂ ਫਿਰ ਵੀ ਜਦੋਂ ਕੋਈ ਕਮੀਆਂ ਹੁੰਦੀਆਂ ਨੇ ਤੇ ਉਹਨਾਂ ਕਮੀਆਂ ਦਾ ਕਿਤੇ ਨਾ ਕਿਤੇ ਤੇ ਕੋਈ ਚੋਰ ਮੋਰੀ ਜਿਹੜੀ ਹੈ ਉਹ ਹੁੰਦੀ ਹੈ। ਤੇ ਆਪਾਂ ਅੱਜ ਰਹਿਤ ਮਰਿਆਦਾ ਤੇ ਡਿਸਕਸ਼ਨ ਕਰ ਰਹੇ ਸੀ, ਫਿਰ ਵੀ ਥੋੜਾ ਜਿਹਾ ਜਿਹੜਾ ਰਹਿਤ ਮਰਿਆਦਾ ਨੂੰ ਕਿਵੇਂ ਲਾਗੂ ਕੀਤਾ ਜਾਏ ਜਾਂ ਉੱਪਰਲੇ ਲੈਵਲ ਤੋਂ ਕਿਵੇਂ ਰੋਕਿਆ ਜਾਂਦਾ ਹੈ ਕਿ ਨਹੀਂ ਰੋਕਿਆ ਜਾਂਦਾ, ਇਹਨਾਂ ਵਿਸ਼ਿਆਂ ਤੇ ਤੁਸੀਂ ਬੜੀ ਬੇਬਾਕੀ ਨਾਲ ਗੱਲਾਂ ਕੀਤੀਆਂ ਨੇ। ਧੰਨਵਾਦ ਹੈ ਤੁਹਾਡਾ ਸਮਾਂ ਕੱਢਿਆ। ਅਸੀਂ ਚਾਹੁੰਦੇ ਸਾਂ ਕਿ ਤੁਸੀਂ ਇੱਥੇ ਬੈਠੇ ਹੋ, ਜ਼ਿਆਦਾ ਤਲਖ ਜਿਹੜੇ ਸਵਾਲ ਹੈ ਉਹ ਆਪ ਜੀ ਨੂੰ ਨਹੀਂ ਪੁੱਛੇ ਗਏ ਅੱਜ, ਫਿਰ ਕਿਸੇ ਦਿਨ ਲਈ ਬਚਾ ਕੇ ਰੱਖੇ ਨੇ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਜਿਹੜਾ ਰਹਿਤ ਮਰਿਆਦਾ ਦਾ ਅੱਜ ਦਾ ਵਿਸ਼ਾ ਹੈ ਉਹਦੇ ਵਿੱਚ ਗੱਲ ਹੋ ਜੇ। ਆਪਾਂ ਈੜੀ ਭਾਗ ਜਿਹੜਾ ਹੈ ਕਰ ਚੁੱਕੇ ਹਾਂ, ਹੁਕਮ ਲੈਣਾ ਤੱਕ। 7ਵੇਂ ਭਾਗ ਦੇ ਵਿੱਚ ਕਹਿੰਦੇ ਨੇ ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰਕੇ ਸੁਣਾਵੇ, ਆਪਦੇ ਲਈ ਕੋਈ ਗੈਰ ਸਿੱਖ ਵੀ ਕਰ ਸਕਦਾ। ਉਹੀ ਕੀਰਤਨ ਵਾਲਾ ਵਿਸ਼ਾ ਹੀ ਆ ਗਿਆ, ਇਸੇ ਤਰ੍ਹਾਂ ਕੀਰਤਨ ਦੇ ਹੈਡਿੰਗ 'ਚ ਲਿਖਿਆ ਹੈ। ਜੀ ਜੀ। ਇੱਕ ਹੁਕਮ ਲੈਣ ਲੱਗਿਆ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ ਮੁੱਢ ਤੋਂ ਪੜ੍ਹਨਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ। ਸ਼ਬਦ ਸਾਰਾ ਪੜੋ, ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਤੇ ਪੌੜੀ ਪੜ੍ਹਨੀ ਚਾਹੀਏ। ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਤੁਕ ਤੇ ਭੋਗ ਪਾਇਆ ਜਾਏ। ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਵੇ। ਮੇਰਾ ਸਾਰੇ ਹੀ ਜਿੰਨੇ ਪੈਨਲਿਸਟ ਸ਼ਾਮਲ ਹੋਏ ਨੇ ਸਾਰਿਆਂ ਦਾ ਧੰਨਵਾਦ ਹੈ, ਤੇ ਬੇਨਤੀ ਕਰਾਂਗਾ ਸਰਦਾਰ ਭੋਲਾ ਸਿੰਘ ਜੀ ਨੂੰ ਕਿ ਰਹਿਤ ਮਰਿਆਦਾ ਤੇ ਜਿੰਨਾ ਵੀ ਆਪ ਜੀ ਦੇ ਅੰਦਰ ਪ੍ਰਚਾਰਕ ਨੇ, ਢਾਡੀ ਨੇ, ਗ੍ਰੰਥੀ ਸਿੰਘ ਨੇ, ਕੀਰਤਨੀਏ ਨੇ, ਜਾਂ ਤੁਹਾਡੇ ਕੋਲੇ ਡਰਾਮਾ ਟੀਮ ਵੀ ਹੈ। ਹੁਣ ਚਲੋ ਲੋਕਡਾਊਨ ਦਾ ਸਮਾਂ ਚੱਲ ਰਿਹਾ ਹੈ, ਪਰਮੇਸ਼ਰ ਕਿਰਪਾ ਕਰੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਉਹ ਮਿਹਰ ਕਰੇ, ਉਹਨੇ ਆਪ ਹੀ ਕਰਨਾ ਹੈ ਸਾਰੇ ਕਾਰਜ। ਕਿਸੇ ਨਾ ਕਿਸੇ ਮਨੁੱਖ ਨੂੰ ਇਹ ਸੁਰਤੀ ਬਖਸ਼ਣੀ ਹੈ ਕਿ ਇਸ ਬਿਮਾਰੀ ਦਾ ਇਲਾਜ ਲੱਭਿਆ ਜਾਵੇ। ਫਿਰ ਵੀ ਜਦੋਂ ਇਹ ਹੁਣ ਆਪਣੀਆਂ ਸਰਗਰਮੀਆਂ ਸ਼ੁਰੂ ਹੋਣੀਆਂ ਨੇ, ਅਸੀਂ ਇਹੀ ਚਾਹਾਂਗੇ ਕਿ ਜਿਸ ਤਰ੍ਹਾਂ ਬਹੁਤ ਸਾਰੇ ਸੁਹਿਰਦ ਸਿੱਖ ਚਾਹੁੰਦੇ ਨੇ ਕਿ ਰਹਿਤ ਮਰਿਆਦਾ ਦਾ ਪਿੰਡ ਪਿੰਡ ਘਰ ਘਰ ਪ੍ਰਚਾਰ ਹੋਵੇ, ਗੁਰਸ਼ਬਦ ਦਾ ਘਰ ਘਰ ਪ੍ਰਚਾਰ ਹੋਵੇ, ਉਹਦੇ ਲਈ ਆਪ ਜੀ ਨੂੰ ਇੱਕ ਬੜਾ ਵਧੀਆ ਅਹੁਦਾ ਲੱਭਾ ਹੈ। ਉਸ ਅਹੁਦੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਰਹਿ ਕੇ ਇੱਕ
ਭਲੇ ਕਾਰਜ ਕੌਮੀ ਹਿੱਤ ਵਿੱਚ ਕਰ ਸਕੋਗੇ। ਇਹਨਾਂ ਹੀ ਬੇਨਤੀਆਂ ਦੇ ਨਾਲ ਮੈਂ ਸਾਰੇ ਸੱਜਣਾਂ ਨੂੰ ਸਰਦਾਰ ਅਮਰਿੰਦਰ ਸਿੰਘ ਜੀ ਕਾਂਗਥਲੀ, ਸਰਦਾਰ ਤਲਵਿੰਦਰ ਸਿੰਘ ਜੀ ਖਰਕਾ ਅਤੇ ਸਰਦਾਰ ਭੋਲਾ ਸਿੰਘ ਜੀ ਦਾ ਬਹੁਤ ਬਹੁਤ ਜੀ ਆਇਆਂ ਨੂੰ ਕਰਦਿਆਂ ਹੋਇਆਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਫਿਰ ਕਿਸੇ ਦਿਨ ਬਿਧ ਬਣੀ ਆਪ ਜੀ ਨਾਲ ਜ਼ਰੂਰ ਰਾਬਤਾ ਕਾਇਮ ਕੀਤਾ ਜਾਵੇਗਾ ਜੀ। ਹੁਣ ਸਾਰੇ ਸੱਜਣ ਗੱਜ ਕੇ ਫਤਿਹ ਬੁਲਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਹਾਜ਼ਰ ਨਾਜ਼ਰ ਸਤਿਗੁਰੂ ਤਿੰਨਾਂ ਦਾ ਓਟ ਆਸਰਾ ਲੈਂਦੇ ਹੋਏ ਸਾਡੇ ਨਾਲ ਅੱਜ ਜੁੜੇ ਨੇ ਸਰਦਾਰ ਭਾਈ ਅਮਰਿੰਦਰ ਸਿੰਘ ਜੀ ਕਾਂਗਥਲੀ,